ਧੰਨ ਵਾਹਿਗੁਰੂ ਜੀ। ਦੇਵ ਗੰਧਾਰੀ ਮਹਲਾ ਨੌਵਾਂ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਆਰ ਫੋਨ ਗ੍ਰਹਿ ਕੀ ਨਾਰ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਆਰ ਫੋਨ ਗ੍ਰਹਿ ਕੀ ਨਾਰ। ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ। ਆਦ ਘਰੀ ਕੋ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋਤ ਉਧਾਰ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਪ੍ਰੇਮ ਇਕਾਗਰਤਾ ਸਹਿਤ ਗੁਰੂ ਦਰਬਾਰ ਵਿੱਚ ਸੱਜ ਕੇ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤਿਨਾਂ ਦਾ ਉਚਾਰਨ ਕੀਤਾ ਹੋਇਆ ਰਾਗ ਦੇਵ ਗੰਧਾਰੀ ਦੇ ਵਿੱਚ ਇਹ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਵਿਚਾਰ ਕਰੀਏ, ਸਤਿਗੁਰੂ ਦੀ ਸਮੁੱਚੀ ਬਾਣੀ ਦੀ ਜਿਹੜੀ ਪ੍ਰਧਾਨ ਸੁਰ ਹੈ, ਜਾਂ ਇਉਂ ਕਹਿ ਲਓ ਕਿ ਸਭ ਤੋਂ ਵਧੇਰੇ ਜਿਸ ਖਿਆਲ ਨੂੰ ਸਤਿਗੁਰੂ ਜੀ ਨੇ ਆਪਣੀ ਸਮਗਰ ਬਾਣੀ ਦਾ ਆਧਾਰ ਬਣਾਇਆ ਹੈ, ਉਹ ਹੈ ਜੀਵਨ, ਦਿਸਦਾ ਹੋਇਆ ਪਸਾਰਾ। ਇਹ ਸਮੁੱਚੇ ਰੂਪ ਰੰਗ ਆਕਾਰ ਜੋ ਕੁਝ ਵੀ ਵਿਖਾਈ ਦਿੰਦਾ ਹੈ, ਇਹ ਸਾਰਾ ਕੁਝ ਬਿਨਸਨਾਰ ਹੈ, ਖਤਮ ਹੋ ਜਾਣ ਵਾਲਾ ਹੈ। ਇਸ ਦੇ ਨਾਲ ਜਿਹੜਾ ਦੂਜਾ ਪ੍ਰਮੁੱਖ ਵਿਸ਼ਾ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਆਉਂਦਾ, ਉਹ ਹੈ ਉਸਤਤ ਨਿੰਦਾ ਦੁੱਖ ਸੁੱਖ ਹਰਖ ਸੋਗ। ਇਹਨਾਂ ਸਭਨਾਂ ਚੀਜ਼ਾਂ ਤੋਂ ਉਪਰਾਮ ਉੱਪਰ ਉੱਠ ਕੇ ਇੱਕ ਸਮਾਨ, ਇੱਕ ਸਹਿਜ ਦੀ ਅਵਸਥਾ ਦੀ ਸਤਿਗੁਰੂ ਜੀ ਨੇ ਐਕਸਪਲੇਨੇਸ਼ਨ, ਵਿਆਖਿਆ ਆਪਣੀ ਮੁਬਾਰਕ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਕਈ
ਲਿਖਤ ਲਿਖਣ ਵਾਲੇ ਜਿਹੜੇ ਨੇ ਖਾਸ ਤੌਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧ ਵਿੱਚ ਇਹ ਗੱਲ ਆਖਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਬੜੇ ਵੈਰਾਗਵਾਨ ਜੀਵਨ ਵਾਲੇ ਨੇ। ਐਸਾ ਉਹਨਾਂ ਦਾ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੁਬਾਰਕ ਬਾਣੀ ਨੂੰ ਪੜ੍ਹ ਕੇ ਉਪਜਦਾ ਹੈ, ਕਿਉਂਕਿ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਪੜ੍ਹੀਏ ਤੇ ਜੋ ਉਹਨਾਂ ਦੀ ਬਾਣੀ 'ਚੋਂ ਪ੍ਰਮੁੱਖ ਖਿਆਲ ਪੜ੍ਹਦੇ ਹਾਂ ਸਾਡੇ ਮਨ ਵਿੱਚ ਆਉਂਦਾ ਹੈ, ਅਸੀਂ ਉਹਦੇ ਆਧਾਰ 'ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਤੱਕਦੇ ਹਾਂ ਵੀ ਸ਼੍ਰੀ ਹਜ਼ੂਰ ਦੀ ਨੇਚਰ, ਮਹਾਰਾਜ ਦਾ ਸੁਭਾਅ, ਮਹਾਰਾਜ ਦਾ ਵਰਤਾਓ, ਸਤਿਗੁਰਾਂ ਦਾ ਸੋਚਣ ਢੰਗ ਕਿਹੋ ਜਿਹਾ, ਕਿਉਂਕਿ ਬਾਣੀ ਹੀ ਸਤਿਗੁਰੂ ਦੇ ਅੰਤਰ-ਆਤਮੇ ਦੀ ਅਸਲ ਤਸਵੀਰ ਹੈ। ਬਾਣੀ ਹੀ ਗੁਰੂ ਸਾਹਿਬ ਮਹਾਰਾਜ ਦੇ ਜੀਵਨ ਦਾ ਅਸਲ ਵਿਵਹਾਰ ਤੇ ਅਨੁਭਵ ਹੈ, ਜਿਹੜਾ ਉਹਨਾਂ ਨੇ ਸਾਨੂੰ ਸ਼ਬਦਾਂ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਪਰ ਮੈਂ ਕਈ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧ ਵਿੱਚ ਲਿਖਾਰੀਆਂ ਦੇ ਬਚਨ ਪੜ੍ਹਦਿਆਂ ਉਹਨਾਂ ਨੂੰ ਉਲਾਰ ਹੋਇਆ ਵੀ ਵੇਖਦਾ ਹਾਂ, ਜਦੋਂ ਇਹ ਕਥਨ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਕੀ ਗੁਰੂ ਸਾਹਿਬਾਨ ਤੇ ਮਹਾਂਪੁਰਖਾਂ ਦੇ ਨਾਲੋਂ ਜਦੋਂ ਇਹ ਸ਼ਬਦੋ ਵਰਤਦੇ ਨੇ ਤਾਂ ਉਹ ਇੱਕ ਪਾਸੇ ਉਲਾਰ ਹੋ ਜਾਂਦੇ ਨੇ। ਉਹਨਾਂ ਦਾ ਜਦੋਂ ਇਹ ਕਥਨ ਪੜ੍ਹਿਆ ਜਾਂਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਬਾਕੀ ਗੁਰੂ ਸਾਹਿਬਾਨ, ਬਾਕੀ ਮਹਾਂਪੁਰਖਾਂ ਨਾਲੋਂ ਜ਼ਿਆਦਾ ਤਿਆਗੀ ਤੇ ਵੈਰਾਗਵਾਨ ਨੇ ਤੇ ਸੰਸਾਰ ਨੂੰ ਮਿਥਿਆ ਸਮਝਦੇ ਨੇ, ਤਾਂ ਉਹਨਾਂ ਦੀ ਇਸ ਕਥਨ ਤੋਂ ਇਵੇਂ ਲੱਗਦਾ ਵੀ ਜਿਵੇਂ ਉਹਨਾਂ ਨੇ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਨੂੰ ਬਹੁਤਾ ਗਹੁ ਨਾਲ ਵਾਚਿਆ ਨਹੀਂ ਹੈ। ਗੁਰੂ ਨਾਨਕ ਸਾਹਿਬ, ਬਾਕੀ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨਾਂ ਨੇ ਵੀ ਜਗਤ ਦੇ ਮਿਥਿਆ ਹੋਣ ਦਾ ਬਾਰ-ਬਾਰ ਸੰਕੇਤ ਤੇ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੈਲੀ ਥੋੜ੍ਹੀ ਬੜੀ ਸਪਸ਼ਟ ਜੀ ਹੋਣ ਕਰਕੇ, ਸ਼ਬਦਾਵਲੀ ਬੜੀ ਸੁਖੱਲੀ ਹੋਣ ਕਰਕੇ ਤੇ ਉਹਨਾਂ ਦੀ ਬਾਣੀ 'ਚ ਸੁਰ ਪ੍ਰਧਾਨ ਹੋਣ ਕਰਕੇ ਐਸਾ ਵਿਚਾਰ ਲੇਖਕਾਂ ਨੇ ਬਣਾਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਕੀ ਮਹਾਂਪੁਰਖਾਂ ਨਾਲੋਂ ਇਵੇਂ ਸਨ ਜਿਵੇਂ ਭਾਰਤ ਵਿੱਚ ਜਿਵੇਂ ਵੈਰਾਗੀ ਟੋਲੇ ਨੇ, ਸੰਨਿਆਸੀ ਨੇ, ਉਦਾਸੀ ਨੇ, ਕਿ ਜਿਹੜੇ ਜਗਤ ਨੂੰ ਛੱਡ ਕੇ ਤੇ ਮੌਤ ਦੇ ਹੋਣ ਦਾ, ਬਿਨਸ ਜਾਣ ਦਾ ਪ੍ਰਚਾਰ ਵਧੇਰੇ ਕਰਦੇ ਨੇ। ਉਹ ਕਿਤੇ ਨਾ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਵੀ ਤੱਕਣ ਜਾਂ ਲਿਖਣ ਦੀ ਕੋਸ਼ਿਸ਼ ਕਰਦੇ ਨੇ। ਪਰ ਇੱਥੇ ਮੈਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ। ਭਲੇ ਹੀ ਸਤਿਗੁਰੂ ਮਹਾਰਾਜ ਜਗਤ ਨੂੰ ਮਿਥਿਆ ਬਹੁਤ ਹੱਦ ਤੱਕ ਆਖਦੇ ਨੇ, ਪਰ ਸਤਿਗੁਰੂ ਜੀ ਆਮ ਜੀਵਨ ਦੇ ਵਿੱਚ ਇਸ ਸਚਾਈ ਨੂੰ ਜੀਂਦਿਆਂ ਹੋਇਆਂ ਇਹ ਖਿਆਲ ਰੱਖਣ ਵਾਲਾ ਹੈ ਸਾਡੇ ਵੀ ਅਸੀਂ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹਨਾਂ ਵੈਰਾਗੀਆਂ ਦੀ ਕਤਾਰ ਵਿੱਚ ਨਾ ਖੜਿਆਂ ਕਰ ਦਈਏ ਜਿਵੇਂ ਭਾਰਤ ਵਿੱਚ ਇੱਕ ਵੈਰਾਗੀ ਫਿਰਕਾ ਹੈ ਜਿਹਦੇ ਪ੍ਰਚਾਰ ਦਾ ਮੁੱਖ ਧੁਰਾ ਇਹ ਹੈ ਕਿ ਜਗਤ ਤੋਂ ਮਿਥਿਆ ਹੈ। ਹੁਣ ਇਹ ਗੱਲ ਗਲਤ ਨਹੀਂ, ਸਹੀ ਗੱਲ ਹੈ। ਗੁਰੂ ਸਾਹਿਬ ਨੇ ਵੀ ਬਾਣੀ 'ਚ ਕਿਹਾ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਪਰ ਉਹ ਜਦੋਂ ਇਸ ਆਈਡੀਏ ਦਾ ਪ੍ਰਚਾਰ ਕਰਦੇ, ਜਦੋਂ ਇਹਨੂੰ ਇੰਪਲੀਮੈਂਟ ਕਰਨ ਦੀ ਗੱਲ ਆਉਂਦੀ ਵੀ ਜਗਤ ਮਿਥਿਆ ਹੈ, ਤਾਂ ਫਿਰ ਕੀ ਕਰੀਏ? ਤਾਂ ਉਹ ਅੱਗੇ ਇਹਨੂੰ ਇੰਪਲੀਮੈਂਟ ਕਰਨ ਤੱਕ ਜਦੋਂ ਜਾਂਦੇ ਨਾ, ਜਗਤ ਮਿਥਿਆ ਹੈ ਕਹਿੰਦੇ ਨੇ, ਫਿਰ ਸੰਸਾਰ ਨਾਲ ਵਾਹ ਵਾਸਤਾ ਰੱਖਣ ਦੀ ਕੀ ਲੋੜ ਹੈ ਜਦੋਂ ਇਹਨੇ ਰਹਿਣਾ ਹੀ ਨਹੀਂ। ਕਿਹੜਾ ਪਰਿਵਾਰ, ਕਿਹੜਾ ਸਰੀਰ, ਕਿਹੜਾ ਸਮਾਜ, ਕਿਹੜੀਆਂ ਜ਼ਿੰਮੇਵਾਰੀਆਂ, ਕਿਹੜੇ ਫਰਜ਼, ਕਿਹੜੀ ਸੇਵਾ, ਕਿਹੜਾ ਪਰਉਪਕਾਰ, ਕਿਹੜੀਆਂ ਕੁਰਬਾਨੀਆਂ, ਇਹਨਾਂ ਕਿਸੇ ਚੀਜ਼ਾਂ ਦੀ ਲੋੜ ਨਹੀਂ। ਜਦੋਂ ਇਹਨੇ ਰਹਿਣਾ ਹੀ ਨਹੀਂ ਤਾਂ ਇਹਦੇ ਲਈ ਖਪਾ ਕਾਹਨੂੰ ਕਰਨਾ ਹੈ? ਆਪਣੀ ਮੁਕਤੀ ਦਾ ਚਾਰਾ ਕਰੋ। ਕਿਤੇ ਨਾ ਕਿਤੇ ਆਪਣੀ ਮੁਕਤੀ ਬਾਬਤ ਹੀ ਸੈਲਫਿਸ਼ ਹੋ ਕੇ, ਸਵਾਰਥੀ ਹੋ ਕੇ ਉਹ ਬਾਕੀ ਸਾਰੀਆਂ ਚੀਜ਼ਾਂ ਤੋਂ ਕਿਨਾਰਾ ਕਰ ਜਾਂਦੇ ਨੇ, ਬਾਕੀ ਸਾਰੀਆਂ ਚੀਜ਼ਾਂ ਤੋਂ ਟੁੱਟ ਕੇ ਇੱਕ ਪਾਸੇ ਨਿਕਲ ਜਾਂਦੇ ਨੇ। ਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ 'ਚੋਂ ਸਾਨੂੰ ਕੋਈ ਐਸੀ ਉਦਾਹਰਣ ਮਿਲ ਸਕਦੀ ਹੈ? ਬਿਲਕੁਲ ਨਹੀਂ। ਸਤਿਗੁਰੂ ਜਿੱਥੇ ਇਹ ਗੱਲ, ਇਹ ਸੱਚ ਨੂੰ ਜੀਉ ਰਹੇ ਨੇ ਤੇ ਸੰਸਾਰ ਨੂੰ ਦੱਸ ਰਹੇ ਨੇ ਵੀ ਭਾਈ ਜਗਤ ਮਿਥਿਆ ਹੈ, ਉੱਥੇ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ। ਸਤਿਗੁਰੂ ਮਹਾਰਾਜ ਇੱਕ ਪਰਉਪਕਾਰੀ ਮਹਾਨ ਇਨਕਲਾਬੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਹੈ, ਔਰ ਉਹ ਗ੍ਰਸਤੀ ਵੀ ਨੇ, ਪਰਿਵਾਰ ਵਾਲੇ ਵੀ ਨੇ। ਸਮਾਜ ਦੇ ਪ੍ਰਤੀ ਜੋ ਉਹਨਾਂ ਨੇ ਕੀਤਾ ਹੈ, ਸ਼ਾਇਦ ਹੀ ਭਾਰਤ ਵਿੱਚ ਕੋਈ ਹੋਰ ਮਹਾਂਪੁਰਖ ਕਰ ਸਕਿਆ।
ਦੂਜਿਆਂ ਲਈ ਸ਼ਹਾਦਤ ਤੱਕ ਦੇ ਦਿੱਤੀ, ਦੂਸਰਿਆਂ ਦੇ ਗਲੋਂ ਗੁਲਾਮੀ ਦੇ ਤੌਕ ਲਾਉਣ ਵਾਸਤੇ, ਜ਼ੁਲਮ ਤੇ ਅਤਿਆਚਾਰ ਨੂੰ ਠੱਲਣ ਵਾਸਤੇ। ਆਪਣੀ ਹਯਾਤੀ ਵਿੱਚ, ਜ਼ਿੰਦਗੀ ਵਿੱਚ ਮਹਾਰਾਜ ਨੇ 3 ਗ੍ਰਿਫਤਾਰੀਆਂ ਦਿੱਤੀਆਂ ਨੇ, ਚੇਤੇ 'ਚ ਰੱਖਿਓ। ਕੀ ਕਿਸੇ ਵੈਰਾਗੀ ਦਾ ਐਸਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਆਪਾਂ ਪੜ੍ਹ ਸਕਦੇ ਹਾਂ ਵੀ ਕਿਸੇ ਵੈਰਾਗੀ ਨੇ ਗ੍ਰਸਤੀ ਵੀ ਹੋ ਕੇ, ਵੈਰਾਗੀ ਨੇ ਦੁਨੀਆ ਲਈ ਗ੍ਰਿਫਤਾਰੀਆਂ ਵੀ ਦਿੱਤੀਆਂ ਹੋਣ, ਧਰਮ ਪ੍ਰਚਾਰ ਵੀ ਕੀਤਾ ਹੋਵੇ, ਵੱਡੇ ਵੱਡੇ ਸਮਝੌਤੇ ਵੀ ਕਰਾਏ ਹੋਣ ਵੱਡੀਆਂ ਸਰਕਾਰਾਂ ਦੇ? ਐਸਾ ਵੀ ਮਹਾਰਾਜ ਦੇ ਜੀਵਨ ਵਿੱਚ ਸਾਨੂੰ ਪੜ੍ਹਨ ਲਈ ਮਿਲੇਗਾ। ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਯਤਨ ਕਰਾਂਗੇ ਮਹਾਰਾਜ ਦੇ ਜੀਵਨ ਦੇ ਪੱਖ ਵੀ ਸਾਂਝੇ ਕੀਤੇ ਜਾਣ। ਤੇ ਕਿਸੇ ਲਈ ਸ਼ਹਾਦਤ ਦਿੱਤੀ ਹੋਵੇ। ਵੈਰਾਗੀ ਤੇ ਆਖਦੇ ਨੇ ਜ਼ਰੂਰਤ ਹੀ ਨਹੀਂ ਇਹਨਾਂ ਚੁਲਝਣ ਦੀ, ਜਦੋਂ ਇਹਨੇ ਰਹਿਣਾ ਹੀ ਨਹੀਂ ਤੇ ਕਾਹਨੂੰ ਐਵੇਂ ਦੁਨੀਆ ਦੇ ਝੰਜਟਾਂ ਵਿੱਚ ਫਸਣਾ। ਸਤਿਗੁਰੂ ਆਖਦੇ ਜਗਤ ਮਿਥਿਆ, ਇਹ ਸੱਚ ਚੇਤੇ 'ਚ ਰੱਖੋ। ਪੁੱਛੀਏ ਮਹਾਰਾਜ ਨੂੰ ਕਿਉਂ ਰੱਖੀਏ? ਸਤਿਗੁਰੂ ਵੈਰਾਗੀ ਵੀ ਤੇ ਉਹ ਕਹਿੰਦੇ ਨੇ, ਮਹਾਰਾਜ ਕਹਿੰਦੇ ਨਹੀਂ, ਵੈਰਾਗੀ ਇਸ ਇੱਕ ਕਥਨ ਦੇ ਉੱਤੇ ਇਹਨੂੰ ਲਾਗੂ ਕਰਨ ਲਈ, ਇਹਨੂੰ ਜੀਣ ਲਈ, ਅਭਿਆਸ 'ਚ ਲਿਆਉਣ ਲਈ ਕੁਰਾਏ ਪੈ ਗਏ। ਪਰ ਮੈਂ ਇਸ ਕਰਕੇ ਕਹਿਣਾ ਵੀ ਜੇ ਤੁਹਾਨੂੰ ਇਹ ਚੇਤਾ ਹੋਏਗਾ ਨਾ ਵੀ ਅਖੀਰ ਨੂੰ ਸਭ ਕੁਝ ਇਹ ਸਰੀਰ ਤੇ ਇਹ ਸੰਬੰਧ ਤੇ ਦੁਨੀਆਚਾਰੀ ਸਭ ਵਿਨਸ ਜਾਣ ਵਾਲੀ ਹੈ। ਮੈਂ ਤੁਹਾਨੂੰ ਇਸ ਕਰਕੇ ਨਹੀਂ ਕਹਿ ਰਿਹਾ ਵੀ ਤੁਸੀਂ ਜਗਤ ਤੋਂ ਕਿਨਾਰਾ ਕਰ ਲਓ, ਜ਼ਿੰਮੇਵਾਰੀਆਂ ਤੋਂ ਭੱਜ ਜਾਓ। ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਵੀ ਤੁਸੀਂ ਤ੍ਰਿਸ਼ਨਾ ਦੇ ਰੋਗ ਤੋਂ ਮੁਕਤ ਹੋ ਸਕੋ, ਤੁਸੀਂ ਹਉਮੈ ਤੇ ਹੰਕਾਰ ਦੇ ਜਾਲ ਵਿੱਚੋਂ ਨਿਕਲ ਸਕੋ, ਤੁਸੀਂ ਦੂਸਰੇ ਤੇ ਜ਼ੁਲਮ ਧੱਕਾ ਨਾ ਕਰ ਸਕੋ, ਅਤਿਆਚਾਰ ਨਾ ਕਰ ਸਕੋ। ਮੈਂ ਇਸ ਕਰਕੇ ਕਹਿ ਰਿਹਾ ਵੀ ਜਿੰਨੀ ਵੀ ਹਯਾਤੀ, ਜਿੰਨਾ ਜੀਵਨ ਤੁਹਾਡੇ ਕੋਲ ਹੈ ਉਹ ਬੜਾ ਦੁਰਲੱਭ ਹੈ ਤੇ ਇਸ ਦੀ ਤੁਸੀਂ ਕਦਰ ਸਮਝ ਸਕੋ। ਮਹਾਰਾਜ ਦੀ ਐਕਸਪਲੇਨੇਸ਼ਨ ਜਿਹੜੀ ਹੈ ਉਹ ਵੈਰਾਗੀਆਂ ਨਾਲੋਂ ਬੜੀ ਵੱਖਰੀ ਹੈ, ਸੰਨਿਆਸੀਆਂ ਤੇ ਉਦਾਸੀਆਂ ਨਾਲੋਂ ਬੜੀ ਵੱਖਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਤਿਆਗ ਦੀ ਗੱਲ ਬਾਣੀ ਵਿੱਚ ਕਰਦੇ ਨੇ, ਪਰ ਸਤਿਗੁਰੂ ਨੇ ਕਿਤੇ ਵੀ ਗ੍ਰਹਿ ਤਿਆਗਣ ਦੀ ਗੱਲ ਨਹੀਂ ਕੀਤੀ। ਸਤਿਗੁਰੂ ਨੇ ਕਿਤੇ ਵੀ ਖਾਣਾ ਪਹਿਨਣਾ ਤਿਆਗਣ ਦੀ ਗੱਲ ਨਹੀਂ ਕੀਤੀ। ਮਹਾਰਾਜ ਨੇ ਬਾਣੀ ਦੇ ਵਿੱਚ ਸਾਧੋ ਮਨ ਕਾ ਮਾਨ ਤਿਆਗੋ, ਉਹਨਾਂ ਦੇ ਤਿਆਗ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਬਿਲਕੁਲ ਵੱਖਰੀ ਹੈ। ਸਤਿਗੁਰੂ ਨੇ ਆਪਣੇ ਜੀਵਨ ਵਿੱਚ ਨਗਰ ਵੀ ਵਸਾਏ, ਚੇਤੇ 'ਚ ਰੱਖਿਓ। ਖੂਹ ਵੀ ਲਵਾਏ, ਬੌੜੀਆਂ ਲਵਾਈਆਂ, ਸਰੋਵਰ ਬਣਵਾਏ, ਦਵਾਖਾਨੇ ਖੋਲ੍ਹੇ, ਧਰਮ ਪ੍ਰਚਾਰ ਕੀਤਾ, ਲੰਗਰ ਚਲਾਏ। ਇਹ ਸਾਰੇ ਕਾਰਜ ਜਿਹੜੇ ਨੇ ਇਹ ਸਮਾਜਿਕ ਕਾਰਜ ਨੇ। ਇਹਨਾਂ ਦੇ ਪਿੱਛੇ ਬੜੇ ਵੱਡੇ ਅਰਥ ਸਨ ਜਿਹੜੇ ਸਤਿਗੁਰੂ ਮਹਾਰਾਜ ਨੇ ਕਾਰਜ ਕੀਤੇ ਨੇ। ਪੰਜਾਬ ਦੇ ਵਿੱਚ ਐਸੇ ਇਲਾਕੇ ਵੀ ਨੇ ਜਿੱਥੇ ਬਿਮਾਰੀਆਂ, ਵਬਾ ਫੈਲ ਜਾਂਦੀ ਸੀ, ਤੇ ਜਦੋਂ ਵਬਾ ਬਿਮਾਰੀਆਂ ਫੈਲਦੀਆਂ ਸਨ, ਅੱਜ ਆਪਾਂ ਵੇਖਦੇ ਹਾਂ ਇੰਨੀਆਂ ਸਹੂਲਤਾਂ ਤੇ ਸਾਧਨ ਹੋਣ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਬਿਮਾਰੀ ਤੇ ਕੰਟਰੋਲ ਕਰਦਿਆਂ ਬੜਾ ਸਮਾਂ ਲੱਗ ਜਾਂਦਾ ਹੈ। ਤੇ ਫਿਰ ਵੀ ਉਹਨਾਂ ਬਿਮਾਰੀਆਂ ਦੇ ਉੱਤੇ ਮੁਕੰਮਲ ਰੂਪ ਵਿੱਚ ਕੰਟਰੋਲ ਨਹੀਂ ਹੋ ਪਾਉਂਦਾ ਅੱਜ ਦੇ ਆਧੁਨਿਕ ਸਮੇਂ ਵਿੱਚ ਵੀ। ਪਰ ਉਹਨਾਂ ਸਮਿਆਂ ਵਿੱਚ ਤਾਂ ਜਿੱਥੇ ਆਮ ਬੰਦਾ ਸਹੂਲਤ ਤੋਂ ਹੀ ਵਾਂਝਾ ਸੀ, ਦੇਸੀ ਇਲਾਜ ਸਨ, ਘਰੇਲੂ ਉਪਾਅ ਕਰਕੇ ਹੀ ਬੰਦਾ ਵੱਡੀਆਂ ਬਿਮਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ। ਆਮ ਬੰਦੇ ਦੀ ਪਹੁੰਚ ਵਿੱਚ ਕਿਸੇ ਤਕੜੇ ਵੈਦ ਕੋਲ ਜਾਣਾ ਇਹ ਹੁੰਦਾ ਹੀ ਨਹੀਂ ਸੀ। ਔਰ ਇਲਾਜ ਦੇ ਦੁੱਖੋਂ, ਜ਼ਰੂਰਤਾਂ ਦੇ ਦੁੱਖੋਂ ਕਿੰਨੇ ਲੋਕ ਜਿਹੜੇ ਸਨ ਇਹਨਾਂ ਘਾਟਾਂ ਕਰਕੇ ਹੀ ਮੌਤ ਦੀ ਭੇਟ ਚੜ੍ਹ ਜਾਂਦੇ ਸਨ। ਅੱਜ ਵੀ ਤੁਸੀਂ ਅੰਕੜੇ ਪੜ੍ਹ ਕੇ ਵੇਖੋ ਵੀ ਸੰਸਾਰ ਦੇ ਵਿੱਚ ਭੁੱਖਮਰੀ ਨਾਲ ਅੱਜ ਦੇ ਯੁੱਗ ਵਿੱਚ ਕਿੰਨੀਆਂ ਮੌਤਾਂ ਹੁੰਦੀਆਂ ਨੇ। ਤੇ ਜਿਨ੍ਹਾਂ ਸਮਿਆਂ ਦੀ ਆਪਾਂ ਗੱਲ ਕਰ ਰਹੇ ਉਦੋਂ ਤਾਂ ਸਾਧਨ ਸਹੂਲਤਾਂ ਹੀ ਕੋਈ ਨਹੀਂ ਸਨ, ਤੇ ਡਿਕਟੇਟਰਸ਼ਿਪ ਹੈ, ਤਾਨਾਸ਼ਾਹੀ ਰਾਜ ਹੈ, ਕੋਈ ਤਕੜਾ ਮਾੜੇ ਨੂੰ ਪੁੱਛਦਾ ਹੀ ਨਹੀਂ, ਕੋਈ ਨਿਆਂ ਨਹੀਂ, ਕੋਈ ਇਨਸਾਫ ਨਹੀਂ, ਬੰਦਿਆਂ ਦੀ ਜ਼ਬਾਨ ਦਾ ਜ਼ੋਰ ਹੈ, ਕੋਈ ਕਾਨੂੰਨ ਨਿਯਮ ਨਹੀਂ। ਇਹ ਚੀਜ਼ਾਂ ਸਾਨੂੰ ਕਾਊਂਟ ਕਰਨੀਆਂ ਪੈਣਗੀਆਂ ਸਭ ਕੁਝ ਵੇਖਣ ਵਾਸਤੇ। ਤੇ ਖਿਆਲ ਕਰੋ ਉਸ ਵੇਲੇ ਕਿਤੇ ਵਬਾ, ਬਿਮਾਰੀਆਂ ਫੈਲ ਜਾਣ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖਾਂ, ਸੰਗੀਆਂ, ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚ ਜਾਣ। ਜਿਹੜਾ ਕੰਮ ਸਰਕਾਰਾਂ ਦੇ ਕਰਨ ਵਾਲਾ ਉਹ ਗੁਰੂ ਮਹਾਰਾਜ ਆਪ ਕਰ ਰਹੇ ਹੋਣ। ਭੁੱਖਮਰੀ ਫੈਲ ਰਹੀ ਹੈ ਤੇ ਸਤਿਗੁਰੂ ਉੱਥੇ ਲੰਗਰ ਲਾ ਰਹੇ ਹੋਣ। ਕਿਸੇ ਜਗ੍ਹਾ ਦੇ ਉੱਤੇ ਪਾਣੀ ਨਹੀਂ ਤੇ ਸਤਿਗੁਰੂ ਪਾਤਸ਼ਾਹ ਉੱਥੋਂ ਦੇ ਲੋਕਾਂ ਵਾਸਤੇ ਪਾਣੀ ਵਰਗੀ ਸਹੂਲਤ ਪੈਦਾ ਕਰੇ। ਏਡਾ ਖਰਚੀਲਾ ਤੇ ਮਿਹਨਤ ਵਾਲਾ ਕੰਮ, ਜਿਹਦੇ ਤੇ ਬੇਅੰਤ ਸਮਾਂ, ਧਨ ਲੱਗਦਾ ਹੈ।
ਇਹ ਸਾਰੇ ਕਾਰਜ ਜਿਹੜੇ ਨੇ, ਕਿੰਨੇ ਵੈਰਾਗੀ ਨੇ ਜਿਨ੍ਹਾਂ ਨੇ ਭਾਰਤ ਦੀ ਤਸਵੀਰ ਬਦਲਣ ਵਾਸਤੇ ਕਾਰਜ ਕੀਤਾ। ਮੈਂ ਕਈ ਵਾਰ ਸੋਚਦਾ, ਤੁਸੀਂ ਗੁਰੂ ਕਾਲ ਦੇ ਇਤਿਹਾਸ ਨੂੰ ਪਾਸੇ ਕਰਕੇ ਭਾਰਤ ਤੇ ਖਾਸ ਤੌਰ 'ਤੇ ਪੰਜਾਬ ਦੀ ਤਾਰੀਖ ਨੂੰ ਪੜ੍ਹਨਾ ਸ਼ੁਰੂ ਕਰੋ, ਇੱਕ ਵੀ ਚੀਜ਼ ਤੁਹਾਨੂੰ ਮਾਣ ਕਰਨ ਯੋਗ ਨਹੀਂ ਮਿਲੇਗੀ। ਨਾ ਭਾਰਤ ਦੇ ਇਤਿਹਾਸ 'ਚ, ਖਾਸ ਤੌਰ 'ਤੇ ਪੰਜਾਬ ਦੇ ਇਤਿਹਾਸ ਤਾਂ ਬਿਲਕੁਲ ਹੀ ਨਹੀਂ। ਇਹ ਵਡਿਆਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ। ਮਹਾਰਾਜ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਜ਼ਿਕਰ ਕੀਤਾ ਹੈ ਮਨੁੱਖਾ ਜ਼ਿੰਦਗੀ ਦਾ, ਮਨੁੱਖਾ ਜੀਵਨ ਦੀ ਪਾਇਆ ਕੀ ਹੈ ਤੇ ਕਿੰਨਾ ਕੁ ਚਿਰ ਹੈ। ਫਿਰ ਸਮਝਿਓ ਵੀ ਇਹ ਜਿਹੜੀ ਲਾਈਫ ਹੈ ਸਾਡੀ, ਇਹਦੀ ਪਾਇਆ ਕੀ ਹੈ, ਇਹਦਾ ਬੇਸ ਕੀ ਹੈ ਤੇ ਕਿੰਨਾ ਕੁ ਚਿਰ ਹੈ। ਇਹ ਜਿਹੜਾ ਟਾਈਮ ਸਾਨੂੰ ਮਿਲਿਆ ਹੈ, ਕੁਦਰਤ ਨੇ ਸਾਨੂੰ ਦਿੱਤਾ ਹੈ, ਲਾਈਫ ਹੈ ਜਿਹੜੀ, ਇਹ ਅਖੀਰ ਕਿੰਨਾ ਕੁ ਚਿਰ ਦੀ ਹੱਦ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਜਿੰਨੇ ਤੂੰ ਸੰਬੰਧ ਮਾਣ ਰਿਹਾ ਹੈ, ਜਿੰਨੇ ਤੂੰ ਪਦਾਰਥ ਭੋਗ ਰਿਹਾ ਹੈ, ਜੋ ਕੁਝ ਤੂੰ ਦੇਖ ਸੁਣ ਮਾਣ ਮਹਿਸੂਸ ਸਭ ਕੁਝ ਓਨਾ ਚਿਰ ਹੈ ਜਿੰਨਾ ਚਿਰ ਤੇਰੇ ਸਾਹ ਚੱਲਦੇ ਨੇ। ਚੇਤੇ ਰੱਖ, ਜਿੰਨਾ ਚਿਰ ਤੇਰੇ ਸਾਹ ਚੱਲਦੇ ਨੇ, ਜਿੰਨਾ ਚਿਰ ਤੇਰੇ ਸਰੀਰ 'ਚ ਜਾਨ ਹੈ, ਜਿੰਦ ਹੈ, ਤੇ ਤੇਰੀ ਇਸ ਜਾਨ ਤੇ ਜਿੰਦ ਦਾ ਦਾਅਵਾ ਕੋਈ ਨਹੀਂ ਵੀ ਇਹ ਕਿੰਨਾ ਚਿਰ ਹੈ। ਇਹ ਵੀ ਨਾਲ ਸਮਝ ਲੈ। ਫਿਰ ਦੁਹਰਾ ਦਿਆਂ ਇਸ ਕਥਨ ਨੂੰ ਤਾਂ ਕਿ ਰਹਾਉ ਵਾਲਾ ਬੰਦ ਸੌਖਿਆਂ ਸਮਝ ਵਿੱਚ ਆ ਜਾਏ। ਜਿੰਨੇ ਰਿਸ਼ਤੇ ਨੇ, ਫੈਮਿਲੀ ਰਿਲੇਸ਼ਨ ਨੇ, ਸਮਾਜਿਕ ਸੰਬੰਧ ਨੇ, ਧਨ ਪਦਾਰਥ ਹੈ, ਪਦਵੀਆਂ ਨੇ, ਰੂਪ ਰੰਗ ਆਕਾਰ ਨੇ, ਮਾਇਕੀ ਪਦਾਰਥ, ਜੋ ਕੁਝ ਹੈ ਤੂੰ ਮਾਣ ਰਿਹਾ ਲਾਈਫ ਵਿੱਚ, ਜੋ ਵੀ ਇੰਜੋਏ ਕਰ ਰਿਹਾ ਤੂੰ, ਇਹ ਕਿੰਨਾ ਚਿਰ ਹੈ? ਜਿੰਨਾ ਚਿਰ ਤੇਰੇ ਸਾਹ ਚੱਲਦੇ ਨੇ। ਤੇ ਸਾਹਾਂ ਬਾਰੇ ਹਜ਼ੂਰ ਕਹਿੰਦੇ ਦਾਅਵਾ ਕੋਈ ਨਹੀਂ। ਇਹਦੇ ਬਾਰੇ ਕੋਈ ਦਾਅਵਾ ਕੀਤਾ ਜਾ ਸਕਦਾ ਵੀ ਮੈਂ ਇੰਨੀ ਜ਼ਿੰਦਗੀ ਜੀਵਾਂਗਾ? ਸਾਹਿਬ ਨੇ ਗੱਲ ਬੜੀ ਬਾ ਕਮਾਲ ਬਾਣੀ ਵਿੱਚ ਕਹੀ ਹੈ, ਹਮ ਆਦਮੀ ਹਾਂ ਇੱਕ ਦਮ। ਇੱਕ ਦਮੀ ਦਾ ਮਤਲਬ ਹੁੰਦਾ ਵੀ ਇੱਕ ਸਾਹ ਦੀ ਮੁਤਾਜੀ ਹੈ ਸਰੀਰ ਨੂੰ, ਸਾਹ ਚੱਲ ਰਹੇ ਨੇ, ਲਗਾਤਾਰ ਜੀਵਨ ਬਣਿਆ ਹੋਇਆ। ਤੇ ਜਿਸ ਦਿਨ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਤਾਂ ਬਾ ਕਮਾਲ ਬਚਨ ਕਿਹਾ, ਸਤਿਗੁਰੂ ਕਹਿਣ ਲੱਗੇ ਸਮਝੋ ਵੀ ਜਿਹੜਾ ਸਰੀਰ ਹੈ ਨਾ, ਜਿਹੜਾ ਸਰੀਰ ਸਾਡੀ ਦੇਹੀ ਹੈ, ਜਿਹੜੀ ਬੋਡੀ ਹੈ, ਜਿਹੜੀ ਇੱਕ ਕਿਲ੍ਹਾ ਹੈ ਸਮਝੋ। ਤੇ ਕਿਲ੍ਹਾ ਵੀ ਪੱਕਾ ਮਜ਼ਬੂਤ ਨਹੀਂ, ਕੱਚਾ ਕਿਲ੍ਹਾ। ਇਹਦੀ ਰਚਨਾ ਜਿਹੜੀ ਹੈ, ਇਹ ਸਟਰਕਚਰ ਜਿਹੜਾ ਫਿਜ਼ੀਕਲੀ ਬਣਿਆ, ਕਾਹਦੇ ਨਾਲ ਬਣਿਆ? ਪਾਣੀ ਨਾਲ। ਇਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰਿਆ ਪਰ। ਤੇ ਸਤਿਗੁਰੂ ਆਖਦੇ ਨੇ ਵੀ ਇਸ ਕਿਲ੍ਹੇ ਨੂੰ, ਜਿਵੇਂ ਕੋਈ ਆਪਾਂ ਕੱਚੇ ਘਰ ਬਣਾਏ ਤੇ ਕੱਚੇ ਘਰਾਂ ਨੂੰ ਆਪਾਂ ਬਾਅਦ ਵਿੱਚ ਬਾਹਰੋਂ ਪਲਸਤਰ ਕਰ ਦਿੱਤਾ ਉਹਨੂੰ ਸਵਾਰਨ ਵਾਸਤੇ, ਹੱਡੀਆਂ ਦਾ ਢਾਂਚਾ ਹੈ, ਮੇਜ ਤੇ ਲਹੂ ਨਾੜਾਂ ਨਾਲ ਭਰਿਆ ਪਿਆ ਤੇ ਉੱਪਰ ਚਮੜੀ ਦਾ ਮਾਨੋ ਇਹਦੇ ਪਲਸਤਰ ਲੇਪ ਕਰ ਦਿੱਤਾ। ਮੈਂ ਕਈ ਵਾਰ ਸੋਚਦਾ, ਆਪਣੀ ਹੱਥ ਤੇ ਜ਼ਖਮ ਹੋ ਜਾਏ ਨਾ, ਬੰਦਾ ਨੂੰ ਢੱਕ ਕੇ ਰੋਟੀ ਖਾਂਦਾ ਹੈ, ਕਚਿਆਣ ਆਉਂਦੀ ਹੈ, ਜੀ ਕਾਹਲਾ ਪੈਂਦਾ ਵੀ ਆਪਣਾ ਹੀ ਜ਼ਖਮ ਸਾਹਮਣੇ ਹੋਵੇ ਤੇ ਆਪਣੇ ਹੱਥ ਦਾ ਜ਼ਖਮ ਹੀ ਬੰਦਾ ਵੇਖ ਕੇ ਰੋਟੀ ਨਹੀਂ ਖਾ ਸਕਦਾ। ਕੁਦਰਤ ਨੇ ਸਾਡੇ ਅੰਦਰ ਲਹੂ ਮਿੱਝ ਕਿੰਨਾ ਕੁਝ ਭਰਿਆ ਤੇ ਉੱਪਰ ਚਮੜੀ ਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਬਾ ਕਮਾਲ ਸ਼ਬਦਾਵਲੀ ਵਰਤੀ, ਜ਼ਰੂਰ ਕਹਿੰਦੇ ਉੱਤੇ ਲੇਪ ਕਰ ਦਿੱਤਾ, ਪਲਸਤਰ ਕਰ ਦਿੱਤਾ ਚਮੜੀ ਦਾ, ਸਭ ਕੁਝ ਢੱਕ ਲਿਆ। ਸਤਿਗੁਰੂ ਪਾਤਸ਼ਾਹ ਨੇ ਬਚਨ ਕੀ ਕਿਹਾ, ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ। ਫਿਰ ਅੱਗੇ ਕਹਿੰਦੇ, ਨਵੰ ਤਾਂ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ। ਸਰੀਰ ਦੇ 9 ਦੁਆਰੇ ਰੱਖੇ, ਅੱਖਾਂ ਰਾਹੀਂ ਵੇਖ ਰਹੇ, ਕੰਨਾਂ ਰਾਹੀਂ ਸੁਣ ਰਹੇ ਇਤਿਆਦਿਕ। ਫਿਰ ਸਤਿਗੁਰੂ ਕਹਿੰਦੇ ਸਰੀਰ ਦਾ ਕਿਲ੍ਹਾ ਜਿਹੜਾ ਹੈ ਨਾ, ਇਹਦੇ ਥੱਲੇ ਇੱਕ ਪਿੱਲਰ ਦੇ ਦਿੱਤਾ ਇਹਨੂੰ ਰੋਕਣ ਵਾਸਤੇ। ਉਹ ਕਾਹਦਾ? ਸਾਹਾਂ ਦਾ, ਬਾਏ ਰੂਪ, ਹਵਾ ਦਾ। ਹਵਾ ਦੇ ਪਿੱਲਰ ਦੇ ਆਸਰੇ ਦੇ ਉੱਤੇ ਖੜਾ ਹੈ। ਸਤਿਗੁਰੂ ਆਖਦੇ ਨੇ, ਸਾਹ ਅਟਕ ਜਾਏ, ਸਰੀਰ ਕਿੱਡਾ ਵੀ ਤਕੜਾ ਹੋਵੇ ਖਾਂ, ਕਿੰਨਾ ਵੀ ਅਮੀਰ ਹੋਵੇ ਖਾਂ, ਕਿੰਨਾ ਵੀ ਸੋਹਣਾ ਹੋਵੇ ਖਾਂ, ਕਿੰਨਾ ਵੀ ਅਕਲਮੰਦ ਹੋਵੇ ਖਾਂ, ਕਿੰਨੀ ਉੱਚੀ ਪਦਵੀ ਤੇ ਬੈਠਾ ਹੋਵੇ ਖਾਂ, ਕੋਈ ਪਾਇਆ ਹੈ ਇਹਦੀ? ਨਹੀਂ। ਇੱਕ ਸਾਹ ਦੇ ਉੱਤੇ ਸਾਰਾ ਸਰੀਰ ਖੜਾ ਹੈ, ਬਾਏ ਰੂਪੰ ਅਸਥੰਭਨ ਹੈ। ਸਾਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਬਾਣੀ ਦੇ ਵਿੱਚ ਬਿਆਨ ਕਰ। ਬਾਬਾ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਮੈਂ ਜਦੋਂ ਵੇਖਦਾ ਨਾ ਵੀ ਸਰੀਰ, ਲੋਕਾਂ ਦੇ ਆਪਣੇ ਆਪਣੇ ਵੈਸੇ ਖਿਆਲ ਨੇ,
ਹਰ ਮਜ਼ਹਬ ਨੇ, ਹਰ ਧਰਤੀ ਦੇ ਲੋਕਾਂ ਨੇ ਸਰੀਰ ਦੇ ਸਾਹ ਨਿਕਲ ਜਾਣ ਤੋਂ ਬਾਅਦ, ਜਿਹਨੂੰ ਆਪਾਂ ਡੈੱਡ ਬੋਡੀ ਕਹਿੰਦੇ ਆ, ਉਹਨੂੰ ਸਾਂਭਣ ਦੇ ਵੱਖਰੇ ਵੱਖਰੇ ਤਰੀਕੇ ਈਜਾਦ ਕੀਤੇ ਨੇ ਆਪਣੀਆਂ ਲੋੜਾਂ ਦੇ ਵਿੱਚੋਂ। ਫਿਰ ਉਹਨਾਂ ਨਾਲ ਕਈ ਗੱਲਾਂ ਜੁੜ ਗਈਆਂ। ਕੋਈ ਸਰੀਰ ਨੂੰ ਦਫਨ ਕਰਦਾ ਹੈ, ਕੋਈ ਸਰੀਰ ਨੂੰ ਅਗਨ ਹਵਾਲੇ ਕਰਦਾ ਹੈ, ਕੋਈ ਸਰੀਰ ਨੂੰ ਪਾਣੀ 'ਚ ਰੋੜ ਦਿੰਦਾ ਸੀ, ਉਹਨਾਂ ਸਮਿਆਂ 'ਚ ਐਸੇ ਵਿਧਾਨ ਸਨ। ਤੇ ਕੋਈ ਬਾਡੀ ਨੂੰ, ਸਰੀਰ ਨੂੰ ਖੁੱਲ੍ਹੀ ਜਗ੍ਹਾ ਦੇ ਉੱਤੇ ਰੱਖ ਦਿੰਦਾ ਸੀ ਪਸ਼ੂਆਂ ਦੇ, ਪੰਛੀਆਂ ਦੇ ਖਾਣ ਵਾਸਤੇ। ਉਹਨੂੰ ਹੱਸਣੇ ਪਾਉਣਾ ਕਹਿੰਦੇ ਸਨ, ਜਿਵੇਂ ਪਾਰਸੀ ਲੋਕ ਕਰਦੇ ਨੇ। ਤੇ ਸਰੀਰ ਦੀ ਪਾਇਆ ਇਹ ਸੀ ਵੀ ਕਬੀਰ ਸਾਹਿਬ ਨੇ, ਕਿਉਂਕਿ ਭਾਰਤ ਭੂਮੀ ਦੇ ਵਿੱਚ ਇਹੀ ਦੋ ਗੱਲਾਂ ਪ੍ਰਚਲਿਤ ਸਨ, ਪਾਰਸੀ ਮਤ ਭਾਰਤ ਦਾ ਨਹੀਂ ਸੀ। ਤੇ ਦੋ ਵੱਡੇ ਸਰੀਰ ਨੂੰ ਸਾਂਭਣ ਦੇ ਜਿਹੜੇ ਮੁੱਖ ਤਰੀਕੇ ਸਨ, ਉਹ ਸਨ ਵੀ ਜਾਂ ਤਾਂ ਸਰੀਰ ਨੂੰ ਲੱਕੜਾਂ ਦਾ ਸਹਾਰਾ ਲੈ ਕੇ ਅਗਨ ਹਵਾਲੇ ਕੀਤਾ ਜਾਏ, ਤੇ ਜਾਂ ਸਰੀਰ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਜਾਏ। ਬਾਬਾ ਜੀ ਨੇ ਦੋਵੇਂ ਉਦਾਹਰਨਾਂ ਲਈਆਂ। ਕਹਿੰਦੇ ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮਦਲ ਖਾਈ। ਜਿਹਨੂੰ ਸਾੜ ਦਿੱਤਾ ਜਾਏ ਤੇ ਸਵਾਦ ਹੀ ਛੋਟੀ ਜਿਹੀ ਢੇਰੀ ਬਚਦਾ ਹੈ, ਤੇ ਜੇ ਇਹਨੂੰ ਮਿੱਟੀ 'ਚ ਦਫਨ ਕਰ ਦਿੱਤਾ ਜਾਏ ਤੇ ਚੰਦ ਕੀੜਿਆਂ ਦੀ ਖੁਰਾਕ ਤੇ ਮਿੱਟੀ 'ਚ ਗਲ ਸੜ ਕੇ ਮਿੱਟੀ ਦਾ ਰੂਪ ਹੋ ਜਾਂਦਾ ਹੈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ। ਇਸ ਤਨ ਦੀ ਇੰਨੀ ਕਪਾਇਆ ਜਿਵੇਂ ਕੱਚੀ ਗਗਰੀ, ਕੱਚੇ ਘੜੇ ਦੇ ਵਿੱਚ ਪਾਣੀ ਹੈ। ਸਤਿਗੁਰੂ ਮਹਾਰਾਜ ਨੇ ਫਰਮਾਇਆ, ਕਾਹੇ ਭਈਆ ਫਿਰਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦਮੁਖ ਰਹਿਤਾ ਸੋਧਨ ਕੈਸੇ ਭੂਲਿਆ। ਤੇਰਾ ਆਦ ਕੀ ਹੈ, ਮੂਲ ਕੀ ਹੈ ਤੇਰੇ ਜੀਵਨ ਦਾ, ਤੇ ਓੜਕ ਨੂੰ ਅੰਤ ਕੀ ਹੈ। ਤੂੰ ਆਪਣੀ ਪਾਇਆਂ ਤੇ ਵੇਖ, ਗੁਰੂਰ ਕਿਹੜੀ ਗੱਲ ਦਾ ਹੈ। ਆ ਜਿਹੜਾ ਵਿਚਕਾਰਲਾ ਸਫ਼ਰ ਹੈ ਨਾ, ਜਨਮ ਤੋਂ ਲੈ ਕੇ ਮੌਤ ਦੇ ਵਿਚਕਾਰਲਾ, ਪ੍ਰੋਬਲਮ ਹੀ ਇਹਦੇ 'ਚ ਹੈ। ਕੀਮਤੀ ਵੀ ਇਹ ਹੈ ਤੇ ਪ੍ਰੋਬਲਮ ਵੀ ਇੱਥੇ ਹੀ ਹੁੰਦੀ ਹੈ। ਇਹਦੇ ਵਿੱਚ ਹੀ ਬੰਦਾ ਆਖਦਾ ਮੈਂ ਬੜਾ ਵੱਡਾ, ਮੇਰੇ ਕੋਲ ਪਦਵੀ ਬੜੀ ਹੈ, ਮੇਰੇ ਕੋਲ ਦੌਲਤ ਬੜੀ ਹੈ, ਮੇਰੇ ਕੋਲ ਸ਼ੌਹਰਤ ਬੜੀ ਹੈ, ਮੈਨੂੰ ਸਨਮਾਨ ਬੜਾ ਮਿਲਦਾ ਹੈ, ਮੇਰੇ ਕੋਲ ਤਾਕਤ ਬੜੀ ਹੈ। ਕਬੀਰ ਸਾਹਿਬ ਕਹਿੰਦੇ ਜੇ ਤੂੰ ਆਪਣਾ ਮੂਲ ਸਮਝ ਲਵੇਂ, ਤੇ ਜੇ ਆਪਣਾ ਓੜਕ ਨੂੰ ਨਵੇੜਾ ਵੇਖ ਲਵੇਂ ਵੀ ਕਿੱਥੇ ਜਾ ਕੇ ਗੱਲ ਡਿੱਗਣੀ ਹੈ, ਤੇ ਤੈਨੂੰ ਆਪਣੇ ਆਪ ਵਿੱਚ ਬੈਲੈਂਸ ਵਿੱਚ ਜੀਣਾ ਆ ਜਾਏ। ਬੈਲੈਂਸ ਵਿੱਚ ਤੈਨੂੰ ਥੋੜ੍ਹਾ ਸਹਿਜ ਵਿੱਚ ਜੀਣਾ ਆ ਜਾਏ। ਇਹੀ ਕਾਰਨ ਹੈ। ਭਾਰਤ ਦੇ ਵਿੱਚ ਹੋਰ ਵੀ ਬੜੇ ਗ੍ਰੰਥਾਕਾਰ ਹੋਏ, ਭਾਰਤ ਵਿੱਚ ਹੋਰ ਵੀ ਬੜੇ ਧਾਰਮਿਕ ਅਕੀਦਿਆਂ ਵਾਲੇ ਲੋਕ ਹੋਏ। ਮੈਂ ਇੱਕ ਉਦਾਹਰਣ ਕਈ ਵਾਰ ਦਿੱਤੀ ਹੈ। ਅਕਬਰ ਦੇ ਵੇਲੇ ਤੁਲਸੀ ਨੇ ਰਮਾਇਣ ਲਿਖੀ। ਰਮਾਇਣ ਦਾ ਨਾਇਕ ਸੀ ਸ਼੍ਰੀ ਰਾਮ, ਪਰ ਉਹ ਰਮਾਇਣ ਲਿਖਦਿਆਂ ਉਹਨੇ ਇੱਕ ਥਾਂ ਵੀ ਜ਼ਿਕਰ ਨਹੀਂ ਕੀਤਾ ਵੀ ਮੁਗਲਾਂ ਦਾ ਰਾਜ ਹੈ ਤੇ ਮੁਗਲ ਸਾਡੇ ਤੀਰਥਾਂ ਨਾਲ ਆਹ ਕਰਦੇ ਨੇ, ਸਾਡੇ ਧਰਮ ਦੀ ਹਾਨੀ ਹੁੰਦੀ, ਆਹ ਹੁੰਦਾ, ਉਹ ਹੁੰਦਾ, ਕੋਈ ਜ਼ਿਕਰ ਹੀ ਨਹੀਂ। ਉਹ ਰਮਾਇਣ ਲਿਖ ਰਿਹਾ ਤੇ ਉਹ ਇਸ ਗੱਲੋਂ ਵੀ ਸੁਚੇਤ ਰਿਹਾ ਵੀ ਮੈਂ ਸਮੇਂ ਦੀ ਸ਼ਾਹੀ ਬਾਬਤ ਲਿਖ ਕੇ ਮੁਸੀਬਤ ਕਾਹਨੂੰ ਛੇੜਨੀ ਹੈ। ਉਹ ਤਾਂ ਲਿਖਦਾ ਕਵਨ ਨ੍ਰਿਪ ਹੋਏ ਹਮੇ ਕਿਆ ਹਾਨੀ, ਕੋਈ ਰਾਜਾ ਹੋਵੇ ਮੈਨੂੰ ਕੀ ਨੁਕਸਾਨ ਹੈ। ਇਸ ਕਰਕੇ ਤਾਰੀਖਦਾਨ ਕਹਿੰਦੇ ਨੇ ਵੀ ਅਕਬਰ ਦੇ ਸਮੇਂ ਤੁਲਸੀ ਨੇ ਰਮਾਇਣ ਲਿਖੀ ਤੇ ਤੁਲਸੀ ਨੂੰ ਵਜ਼ੀਫਾ ਮਿਲਿਆ, ਇਨਾਮ ਮਿਲਿਆ ਇਹਦੇ ਲਿਖਣ ਦੇ ਬਾਬਤ ਵੀ ਬੜਾ ਵੱਡਾ ਮਹਾਕਾਵ ਲਿਖਿਆ। ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹੋ। ਮਹਾਰਾਜ ਨੇ ਬਾਣੀ ਸੰਪਾਦਿਤ ਕੀਤੀ ਤੇ ਗ੍ਰੰਥ ਸਾਹਿਬ, ਪੋਥੀ ਸਾਹਿਬ ਦੇ ਰੂਪ ਵਿੱਚ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਹੋਏ। ਤੇ ਗੁਰੂ ਅਰਜਨ ਸਾਹਿਬ ਨੂੰ ਕੀ ਮਿਲਿਆ? ਤੱਤੀ ਤਵੀ, ਉਬਲਦੀ ਦੇਗ, ਸੀਸ ਵਿੱਚ ਗਰਮ ਰੇਤਾ। ਪਤਾ ਕਿਉਂ? ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਨਹੀਂ ਲਿਖਿਆ ਕਵਨ ਨ੍ਰਿਪ ਹੋਏ ਹਮੇ ਕਿਆ, ਕੋਈ ਰਾਜਾ ਵੀ ਮੈਨੂੰ ਕੋਈ ਮਹਾਰਾਜ ਨੇ ਕਿਹਾ ਫਰਕ ਪੈਂਦਾ ਹੈ। ਇੱਕ ਤਖਤ ਉੱਤੇ ਬਹਿਣ ਵਾਲਾ ਬੰਦਾ ਜੇ ਜ਼ਾਲਮ ਹੋਏ ਤੇ ਪਰਜਾ ਘੁੱਟ-ਘੁੱਟ ਕੇ ਜੀਂਦੀ ਹੈ, ਫਰਕ ਕਿਉਂ ਨਹੀਂ ਪੈਂਦਾ? ਪੈਂਦਾ। ਘਰ ਦਾ ਮੁਖੀ ਲਾਪਰਵਾਹ ਹੋਵੇ, ਬਦਤਮੀਜ਼ ਹੋਵੇ, ਮੰਦੇ ਕਰਮਾਂ 'ਚ ਫਸਿਆ ਹੋਵੇ ਤੇ ਬੱਚੇ ਰੁਲ ਜਾਂਦੇ, ਫਰਕ ਕਿਉਂ ਨਹੀਂ ਪੈਂਦਾ? ਪੈਂਦਾ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਲਿਖਿਆ ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪਟਣ ਬਾਜ਼ਾਰ ਹੁਕਮੀ। ਲੋਕਾਂ ਨੇ ਆਖਿਆ ਇਹ ਸ਼ਾਹੀ ਸਲਤਨਤ ਦੇ ਮਾਲਕ ਨੇ। ਹਜ਼ੂਰ ਨੇ ਆਖਿਆ ਸੋ ਵਟ, ਫਿਰ ਕੀ ਹੋਇਆ? ਫਿਰ ਕੀ ਹੋਇਆ? ਇਹਨੂੰ ਇਸ ਕਰਕੇ ਹੀ ਸਿਰ ਝੁਕਾਇਆ ਜਾਏ ਵੀ ਇਹ ਬਾਦਸ਼ਾਹ, ਬਸ ਇਸੇ ਕਰਕੇ।
ਨਹੀਂ, ਜੇ ਸੱਚਮੁੱਚ ਚਾਹੁੰਦਾ ਵੀ ਮੇਰੀ ਰਿਸਪੈਕਟ ਹੋਵੇ, ਸਤਿਕਾਰ ਹੋਵੇ, ਤੇ ਇਹਨੂੰ ਸਮਝਣਾ ਚਾਹੀਦਾ ਵੀ ਜਿਸ ਪਦਵੀ ਉੱਤੇ ਮੈਂ ਬੈਠਾ, ਮੈਂ ਕਿਉਂ ਬੈਠਾ ਤੇ ਮੈਂ ਕਰਨਾ ਕੀ ਹੈ। ਕੇਵਲ ਇਸ ਕਰਕੇ ਕਿਸੇ ਅੱਗੇ ਸਿਰ ਝੁਕਾਉਣ ਦਾ ਕੀ ਮਤਲਬ ਹੈ ਵੀ ਉਹ ਰਾਜਿਆਂ ਦੇ ਘਰੇ ਪੈਦਾ ਹੋਇਆ ਤੇ ਰਾਜਾ ਹੈ, ਉਹ ਬਾਦਸ਼ਾਹਾਂ ਦਾ ਪੁੱਤਰ ਹੈ ਤੇ ਬਾਦਸ਼ਾਹ ਹੋਏਗਾ। ਕੇਵਲ ਇਸ ਕਰਕੇ ਦੁਨੀਆ ਉਹਦੀ ਗੁਲਾਮੀ ਕਿਉਂ ਕਰੇ? ਜੇ ਉਹਦਾ ਕਰਮ ਉੱਚਾ ਨਹੀਂ ਤੇ ਉਹਨੂੰ ਸਤਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ। ਅਸੀਂ ਘੱਟ ਮਾਸ ਦੇ ਪਿੰਜਰ ਦੇ ਪੁਤਲੇ ਦੇ ਪੁਜਾਰੀ ਨਹੀਂ ਹਾਂ। ਜੇ ਅਮਲ ਉੱਚਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਨੂੰ ਪੜ੍ਹੀਏ। ਇਹੀ ਕਾਰਨ ਹੈ ਕਿਸੇ ਵੀ ਬਾਦਸ਼ਾਹ ਦੀ, ਗੁਜ਼ਰਿਆਂ ਦੀ, ਮੌਜੂਦਾ ਲੋਕਾਂ ਦੀ ਕਿਤੇ ਇੱਕ ਵੀ ਵਡਿਆਈ ਦਾ ਅੱਖਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਨਹੀਂ ਹੈ। ਸਤਿਗੁਰੂ ਨੇ ਆਖਿਆ ਜੋ ਗਤ ਭਿਖਾਰੀ ਦੀ ਹੁੰਦੀ ਉਹੀ ਮਾਲਕ ਦੀ ਹੁੰਦੀ ਹੈ। ਸਤਿਗੁਰੂ ਦੀ ਬਾਣੀ ਨੂੰ ਪੜ੍ਹੀਏ। ਬਾਬਾ ਕਬੀਰ ਸਾਹਿਬ ਵਰਗੀ ਇਹ ਸੁਰ ਜਿਹੜੀ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹੜੀ ਸਤਿਗੁਰੂ ਮਹਾਰਾਜ ਲੋਕਾਂ ਨੂੰ ਡੋਜ਼ ਦੇ ਰਿਹਾ, ਜਿਹੜੀ ਬਾਣੀ ਦੇ ਰਾਹੀਂ ਉਪਦੇਸ਼ ਦੇ ਕੇ ਜਿਹੜੀ ਮਾਨਸਿਕਤਾ, ਜਿਹੜੀ ਸੁਰਤ ਤਿਆਰ ਕਰ ਰਿਹਾ, ਉਹ ਐਸੀ ਸੁਰਤ ਹੈ ਜਿਸ ਨੇ ਕਿਸੇ ਤਕੜੇ ਅੱਗੇ, ਦੌਲਤਮੰਦ ਅੱਗੇ, ਉੱਚੀ ਸ਼੍ਰੇਣੀ ਹੋਣ ਕਰਕੇ, ਸਮੇਂ ਦੀ ਸ਼ਾਹੀ ਦੇ ਮਾਲਕ ਹੋਣ ਕਰਕੇ ਉਹਨਾਂ ਸਾਹਮਣੇ ਝੁਕਣਾ ਨਹੀਂ। ਉਹਨੇ ਚੇਤਾ ਰੱਖਣਾ ਹੈ ਵੀ ਇਹ ਸਭ ਕੁਝ ਬਿਨਸ ਜਾਣ ਵਾਲਾ ਹੈ, ਤੇ ਫਿਰ ਇਹ ਸ਼ਾਹੀਆਂ, ਇਹ ਉੱਚੇ ਰੁਤਬੇ, ਇਹ ਸਭ ਕੁਝ, ਇਹ ਕਿਹੜਾ ਸਦਾ ਵਾਸਤੇ ਬੈਠਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਸਮਾਨ ਰੱਖਦੇ। ਜਦੋਂ ਕਬੀਰ ਸਾਹਿਬ ਕਹਿੰਦੇ ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾਨੀ ਰਹੇ। ਤੇ ਸ਼ਹੀਦੀਆਂ ਵੀ ਐਸੀ ਸੁਰਤ ਵਾਲੇ ਲੋਕ ਹੀ ਦਿੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਫਿਰ ਕੀ ਹੋਇਆ, ਫਿਰ ਕੀ ਹੋਇਆ। ਜਦੋਂ ਉਹਨਾਂ ਸਾਹਮਣੇ ਇਹ ਚੋਣ ਰੱਖੀ ਗਈ ਹੋਏਗੀ, ਜੀ ਆਪਣਾ ਜੀਵਨ ਬਚਾਓ, ਹਜ਼ੂਰ ਨੇ ਆਖਿਆ ਬਚ ਜਾਏਗਾ, ਫਿਰ ਕਿੰਨਾ ਚਿਰ ਜੀਵਤ ਰਹੇਗਾ ਮਨੁੱਖ। ਕਾਜ਼ੀ ਸਾਹਿਬ ਚਲੋ ਮੇਰੇ ਸਾਹਮਣੇ ਤੇ ਚੋਣ ਰੱਖ ਦਿੱਤੀ ਹੈ ਤੁਸਾਂ ਕਿ ਜੇ ਮੈਂ ਤੁਹਾਡੀ ਗੱਲ ਮੰਨ ਲਵਾਂ ਤੇ ਮੈਨੂੰ ਤੁਸੀਂ ਮਾਰੋਗੇ ਨਹੀਂ, ਤੇ ਮੇਰੇ ਨਾਲ ਸਿੱਖਾਂ ਦੀ ਜਾਨ ਵੀ ਬਚ ਜਾਏ। ਪਰ ਇੱਕ ਗੱਲ ਤਾਂ ਦੱਸੋ, ਤੁਸੀਂ ਜਿਹੜੇ ਸਾਨੂੰ ਇਹ ਚੋਣ ਕਰਨ ਲਈ ਆਪਸ਼ਨਾਂ ਦੇ ਰਹੇ ਹੋ, ਸਾਨੂੰ ਇਹ ਸਹੂਲਤਾਂ ਦੇ ਰਹੇ ਹੋ ਵੀ ਜੇ ਗੱਲ ਮੰਨੋਗੇ ਤੇ ਛੱਡ ਦਿਆਂਗੇ, ਨਹੀਂ ਤਾਂ ਕਤਲ ਕਰ ਦਿਆਂਗੇ ਵਗੈਰਾ ਵਗੈਰਾ, ਤੁਸੀਂ ਕਿੰਨਾ ਚਿਰ ਜੀਣਾ ਤੁਹਾਨੂੰ ਪਤਾ ਹੈ ਕੁਝ? ਤੁਹਾਡੀ ਜ਼ਿੰਦਗੀ ਦੀ ਪਾਇਆ ਕਿ ਨਹੀਂ? ਤੁਹਾਡਾ ਕੀ ਦਾਅਵਾ ਵੀ ਤੁਸੀਂ ਕਿੰਨਾ ਚਿਰ ਜੀਵੋਗੇ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਸਭ ਕਿਛ ਜੀਵਤ ਕੋ ਵਿਵਹਾਰ। ਜਿੰਨੇ ਵਿਹਾਰ ਨੇ ਨਾ, ਜਿੰਨੇ ਸੰਬੰਧ ਨੇ, ਸਾਂਝਾਂ ਨੇ, ਵਰਤੋਂ ਵਿਹਾਰ ਨੇ, ਇਹ ਸਾਰਾ ਕੁਝ ਕਿੰਨਾ ਚਿਰ ਹੈ? ਜਿੰਨਾ ਚਿਰ ਜੀਵਨ ਹੈ ਸਾਡਾ, ਜਿੰਨਾ ਚਿਰ ਸਾਹ ਚੱਲਦੇ ਨੇ, ਤੇ ਸਾਹਾਂ ਦੀ ਮਿਆਦ ਕੋਈ ਨਹੀਂ। ਇਹਨੂੰ ਹਜ਼ੂਰ ਨੇ ਕਿਹਾ ਮੁਹਲਤ ਮੋਹਤ ਨਾ ਜਾਣ। ਮੈਂ ਨਹੀਂ ਜਾਣਦਾ ਕਿੰਨਾ ਵਕਤ ਹੈ, ਕਿੰਨੀ ਮੋਹਲਤ ਹੈ, ਕਿੰਨੀ ਮਿਆਦ ਹੈ ਮੇਰੇ ਜੀਵਨ ਦੀ, ਮੈਂ ਕੋਈ ਦਾਅਵਾ ਨਹੀਂ ਕਰ ਸਕਦਾ। ਮੈਂ ਨਹੀਂ ਕਹਿ ਸਕਦਾ ਕਿੰਨਾ ਵਕਤ ਹੈ ਮੇਰੇ ਕੋਲ ਜੀਣ ਦਾ, ਕਿੰਨਾ ਸਮਾਂ ਹੋਏਗਾ ਮੇਰੇ ਕੋਲ, ਕਿੰਨੀ ਕੁ ਲਾਈਫ ਹੋਏਗੀ, ਕਿੰਨੀ ਕੁ ਜ਼ਿੰਦਗੀ ਮੈਂ ਮਾਣਾ, ਕਿੰਨਾ ਕੁ ਵਕਤ ਹੋਏਗਾ, ਕੋਈ ਦਾਅਵਾ ਨਹੀਂ। ਸਾਹਿਬ ਸਤਿਗੁਰੂ ਆਖਦੇ ਨੇ ਮਾਤ ਪਿਤਾ ਭਾਈ ਸੁਤ ਬੰਧਪ ਆਰ ਫੁਨ ਗ੍ਰੇ ਕੀ ਨਾਰ। ਭਾਵੇਂ ਮਾਂ ਬਾਪ ਹੋਣ ਜਿਨ੍ਹਾਂ ਪੈਦਾ ਕੀਤਾ, ਲਾਡ ਲਡਾਇਆ, ਪਾਲਿਆ, ਪ੍ਰੇਮ ਕੀਤਾ, ਭਰਾ ਨੇ, ਰਿਸ਼ਤੇਦਾਰ ਨੇ, ਪੁੱਤਰ ਨੇ, ਧੀਆਂ ਨੇ, ਆਪਣੀ ਪਤਨੀ ਹੈ, ਚਾਹੇ ਕਿਸੇ ਦਾ ਪਤੀ ਹੈ, ਯਾਨੀ ਕਿ ਜਿੰਨੇ ਵੀ ਪਰਿਵਾਰਕ ਫੈਮਿਲੀ ਰਿਲੇਸ਼ਨ ਨੇ, ਸਮਾਜਿਕ ਸੰਬੰਧ ਵੀ ਨੇ। ਮਹਾਰਾਜ ਕਹਿੰਦੇ ਸਾਰੇ ਵਿਹਾਰ ਉਹਨਾਂ ਚਿਰ ਨੇ ਜਿੰਨਾ ਚਿਰ ਤੁਹਾਡੇ ਅੰਦਰ ਸਾਹ ਨੇ, ਉਹਨਾਂ ਚਿਰ ਹੀ ਫੀਲਿੰਗ ਹੈ, ਉਹਨਾਂ ਚਿਰ ਹੀ ਰਿਲੇਸ਼ਨ ਹੈ। ਤੇ ਬਾਅਦ ਵਿੱਚ ਕੀ ਹੁੰਦਾ? ਸਤਿਗੁਰੂ ਆਖਦੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ। ਜਦੋਂ ਸਰੀਰ ਚੋਂ ਸਾਹ ਨਿਕਲ ਜਾਂਦੇ, ਪ੍ਰਾਣ ਨਿਕਲ ਜਾਂਦੇ ਨੇ, ਟੇਰਤ ਪ੍ਰੇਤ ਪੁਕਾਰ। ਇੱਥੇ ਪ੍ਰੇਤ ਸ਼ਬਦ ਦਾ ਮਤਲਬ ਹੈ ਪਰ ਏਤ, ਗੁਜ਼ਰ ਗਿਆ, ਲੰਘ ਗਿਆ। ਫਿਰ ਬੰਦਾ ਆਖਦਾ ਵੀ ਗੁਜ਼ਰ ਗਏ, ਤੁਰ ਗਏ ਨੇ, ਸ਼ਬਦਾਵਲੀ ਹੈ ਸਾਡੀ। ਮਰਨਾ ਸ਼ਬਦ ਸਾਡੇ ਮਨ ਨੂੰ ਪੀੜਾ ਨਾ ਦੇਵੇ, ਇਸ ਲਈ ਆਪਾਂ ਸ਼ਬਦ ਵਰਤਦੇ ਹਾਂ। ਚਲਾਣਾ ਕਰ ਗਏ ਹਨ, ਤੁਰ ਗਏ ਹਨ, ਪੂਰੇ ਹੋ ਗਏ ਹਨ, ਸਵਾਦ ਛੱਡ ਗਏ ਹਨ। ਇਹ ਵੀ ਸਾਡੀ ਮਾਨਸਿਕਤਾ ਨੂੰ ਠਹਿਰਾਓ 'ਚ ਲਿਆਉਣ ਦੇ ਸ਼ਬਦ ਨੇ, ਵੀ ਇੱਕਦਮ ਗੱਲ ਹਰਟ ਨਾ ਹੋਵੇ। ਇੱਕ ਸ਼ਬਦ ਬੜਾ ਮਨ ਨੂੰ ਟੁੰਬਦਾ ਹੈ,
ਖਿੱਚ ਪਾਉਂਦਾ ਹੈ, ਤਕਲੀਫ ਦਿੰਦਾ ਹੈ। ਥੋੜ੍ਹੀ ਤਕਲੀਫ ਸ਼ਬਦ ਨਾਲ ਜੇ ਘੱਟ ਹੋ ਸਕੇ ਤਾਂ ਸ਼ਬਦ ਉਸ ਤਰ੍ਹਾਂ ਦੇ ਵਰਤੇ ਜਾਂਦੇ ਨੇ। ਵੈਸੇ ਸਿੱਖ ਸ਼ਬਦਾਵਲੀ ਦਾ ਕੋਈ ਤੋੜ ਨਹੀਂ। ਖਾਲਸਾ ਜੀ ਦੀ ਆਪਣੀ ਸ਼ਬਦਾਵਲੀ ਸੀ 18ਵੀਂ ਸਦੀ 'ਚ। ਉਹ ਕਹਿੰਦੇ ਸਨ, ਗੁਰਪੁਰੀ ਪਿਆਨਾ ਕਰ ਗਿਆ, ਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ। ਉਹਨਾਂ ਦੇ ਸ਼ਬਦਾਂ ਵਿੱਚ ਲੱਗਦਾ ਹੀ ਨਹੀਂ ਸੀ ਵੀ ਕੋਈ ਅਨਹੋਣੀ, ਕੋਈ ਦੁੱਖ ਵਾਪਰ ਗਿਆ। ਉਹਨਾਂ ਦੇ ਸ਼ਬਦਾਂ ਵਿੱਚ ਵੀ ਇਵੇਂ ਲੱਗਦਾ ਸੀ ਵੀ ਜਿਵੇਂ ਨਾਰਮਲ ਗੱਲ ਹੋਈ ਹੈ। ਨਾਰਮਲ ਬੰਦਾ ਭੁੱਖਾ ਹੈ ਤੇ ਉਹ ਕਹਿੰਦੇ ਨਹੀਂ ਸਨ ਅਸੀਂ ਭੁੱਖੇ ਮਰ ਗਏ, ਚੁੱਲ੍ਹਿਆਂ 'ਚ ਘਾਹ ਉਗਾਇਆ, ਭਾਂਡੇ ਮੂੰਹ ਦੇ ਵੱਜ ਗਏ। ਸਾਡੀ ਸ਼ਬਦਾਵਲੀ ਵੇਖੋ ਤੁਸੀਂ। ਪਰ ਖਾਲਸਾ ਜੀ ਦੀ ਸ਼ਬਦਾਵਲੀ ਕੀ ਹੁੰਦੀ ਸੀ? ਲੰਗਰ ਮਸਤਾਨੇ ਹੋ ਗਏ। ਤੁਹਾਨੂੰ ਲੱਗਦਾ ਹੀ ਨਹੀਂ ਬੰਦਾ ਭੁੱਖਾ ਮਰ ਰਿਹਾ, ਤੁਹਾਨੂੰ ਲੱਗਦਾ ਹੀ ਨਹੀਂ ਤਕਲੀਫ 'ਚੋਂ ਗੁਜ਼ਰ ਰਿਹਾ। ਕਿਤੇ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ ਤੇ ਆਪਾਂ ਉਹਨੂੰ ਇੱਕ ਸ਼ਬਦ ਨਾਲ ਡਿਫਾਈਨ ਕਰਦੇ, ਤਬਾਹੀ ਹੋ ਗਈ, ਬਰਬਾਦੀ ਹੋ ਗਈ। ਪਰ ਖਾਲਸਾ ਜੀ ਨੇ ਉਹਦੇ ਲਈ ਆਪਣਾ ਹੀ ਸ਼ਬਦ ਘੜਿਆ ਜਿਹੜਾ ਕਿਸੇ ਡਿਕਸ਼ਨਰੀ ਵਿੱਚੋਂ ਨਹੀਂ ਲਿਆ ਗਿਆ। ਇਹ ਖਾਲਸੇ ਦੀ ਆਪਣੀ ਕਹਾੜ। ਤਾਂ ਉਹਨਾਂ ਕਿਹਾ ਘੱਲੂ ਘਾਰਾ ਹੋਇਆ। ਤੁਸੀਂ ਹੁਣ ਇੱਕ ਪਾਸੇ ਬਰਬਾਦੀ ਸ਼ਬਦ ਬੋਲ ਕੇ ਵੇਖੋ ਤੇ ਸੋਚੋ ਵੀ ਇਹ ਤੁਹਾਡੇ ਮਨ 'ਤੇ ਕੀ ਇਫੈਕਟ ਪਾਉਂਦਾ ਹੈ, ਤੇ ਤੁਸੀਂ ਘੱਲੂ ਘਾਰਾ ਸ਼ਬਦ ਬੋਲ ਕੇ ਵੇਖੋ ਤੁਹਾਡੀ ਸੁਰਤ ਦੇ ਉੱਤੇ ਕੀ ਇਫੈਕਟ ਪਾਉਂਦਾ ਹੈ। ਫੀਲਿੰਗ ਹੈ ਤੇ ਸ਼ਬਦ ਹੈ। ਸ਼ਬਦ ਵਿੱਚ ਉਹਨਾਂ ਆਪਣੀ ਫੀਲਿੰਗ ਭਰ ਕੇ ਤੇ ਉਹ ਸ਼ਬਦ ਉਹਨਾਂ ਨੇ ਆਪਣੀ ਬੋਲ ਚਾਲ ਦਾ ਹਿੱਸਾ ਬਣਾਇਆ। ਉਹਨਾਂ ਨੇ ਆਖਿਆ ਨਾਰਮਲ ਹੈ, ਜਿਸ ਤਰ੍ਹਾਂ ਜੰਮਣਾ ਉਸੇ ਤਰ੍ਹਾਂ ਦੁਨੀਆ ਤੋਂ ਤੁਰ ਜਾਣਾ। ਇਹ ਵੀ ਉਹਦੀ ਰਜ਼ਾ ਹੈ। ਤੋਂ ਚਲਾਣਾ ਹੋਇਆ, ਚੜ੍ਹਾਈ ਕਰ ਗਏ, ਹੁਕਮ ਸੱਤ ਹੋ ਗਏ। ਇਹ ਸ਼ਬਦ ਸਨ। ਹੁਣ ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ, ਲੋਕ ਕੀ ਆਖੇ ਜੀ ਗੁਜ਼ਰ ਗਿਆ, ਪੂਰਾ ਹੋ ਗਿਆ, ਚਲਿਆ ਗਿਆ ਦੁਨੀਆ ਤੋਂ, ਮਰ ਗਿਆ। ਫਿਰ ਇਹ ਸ਼ਬਦ ਉਹਦੇ ਲਈ ਯੂਜ਼ ਹੁੰਦਾ ਹੈ ਜਿਸ ਬੰਦੇ ਦੇ ਸਰੀਰ 'ਚੋਂ ਪ੍ਰਾਣ ਨਿਕਲ ਜਾਂਦੇ ਨੇ, ਸਾਹ ਨਿਕਲ ਜਾਂਦੇ ਨੇ। ਫਿਰ ਉਹ ਮੌਜੂਦ ਨਹੀਂ ਹੁੰਦਾ, ਉਹ ਗੁਜ਼ਰ ਜਾਂਦਾ, ਉਹ ਹੈ ਨਹੀਂ ਸੀ ਹੋ ਜਾਂਦਾ ਹੈ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਹੈ ਨਹੀਂ ਸੀ। ਭਾਵੇਂ ਸਰੀਰ ਪਿਆ ਵੀ ਹੋਵੇ ਨਾ, ਸਮਝ ਬੰਦਾ ਕਹਿੰਦਾ ਜੀ ਸਾਥ ਛੱਡ ਗਿਆ। ਬੰਦਾ ਕਹੇ ਵੀ ਸਰੀਰ ਤਾਂ ਅਜੇ ਕੋਲ ਹੈ, ਆਪਾਂ ਕਹਾਂਗੇ ਹੁਣ ਵਿੱਚ ਰਹਿ ਕੀ ਗਿਆ, ਮਿੱਟੀ ਹੈ। ਰਿਸ਼ਤੇਦਾਰ ਵੀ ਤਾਂ ਹੀ ਕਹਿੰਦੇ ਨੇ ਜੀ ਹੁਣ ਲੈ ਚਲ। ਕੋਈ ਆਖੇ ਨਹੀਂ 10 ਮਿੰਟ, ਕਹਿਣ ਲੱਗੇ ਕੀ ਕਰੋਗੇ ਇਹਨੂੰ ਰੱਖ ਕੇ, ਹੁਣ ਮਿੱਟੀ ਹੈ ਹੁਣ ਤਾਂ। ਇਹੀ ਹੁੰਦਾ ਹੈ ਨਾ ਸਾਡਾ ਜੇ ਕੋਈ ਬੰਦਾ ਮੋਹ ਦੁੱਖ ਵਿੱਚ ਆ ਕੇ ਨਹੀਂ ਜੀ ਰਹਿਣ ਦਿਓ ਅੱਧਾ ਘੰਟਾ, ਆਪਾਂ ਕਹਿੰਦੇ ਕੀ ਵੇਟ ਕਰਦਾ ਹੁਣ, ਕੀ ਉਡੀਕਦਾ ਹੁਣ, ਇਹਦੇ 'ਚ ਹੈ ਕਿ ਨਾ ਇਹ ਤੇਰਾ ਦੁੱਖ ਸੁਣ ਸਕਦਾ ਹੈ, ਨਾ ਤੇਰੇ ਨਾਲ ਗੱਲ ਕਰ ਸਕਦਾ ਹੈ, ਨਾ ਇਹ ਫੀਲਿੰਗ ਸਮਝ। ਹੁਣ ਇਹਦੇ ਵਿੱਚ ਕੁਝ ਨਹੀਂ ਰਿਹਾ। ਜਿਹੜੀ ਚੀਜ਼ ਕਰਕੇ ਸੰਬੰਧ ਹੈ ਨਾ ਇਹ ਸਰੀਰ ਨਾਲ ਤੇਰਾ, ਉਹ ਹੁਣ ਹੈ ਨਹੀਂ। ਮਹਾਰਾਜ ਆਖਦੇ ਨੇ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ। ਤੇ ਅੱਗੇ ਆਖਦੇ ਨੇ, ਆਦ ਘਰੀ ਕੋਊ ਨ ਰਾਖੈ, ਘਰ ਦੇ ਦੇਤ ਨਿਕਾਰ। ਫਿਰ ਵਕਤ ਨਹੀਂ ਹੁੰਦਾ ਇੰਨਾ। ਹੁਣ ਇਹ ਕੋਈ ਜ਼ਬਰਦਸਤੀ ਵੀ ਨਹੀਂ, ਪ੍ਰੋਬਲਮ ਹੈ ਨਾ। ਜੇ ਅਗਲੇ ਰੱਖਣਾ ਵੀ ਚਾਹਣ ਤੇ ਕਿੱਥੇ ਰੱਖ ਸਕਦੇ ਨੇ। ਜੇ ਦੂਜਾ ਪੱਖ ਵੀ ਲਿਆ ਜਾਏ ਵੀ ਉਹ ਚਾਹੁੰਦੇ ਤਾਂ ਨਹੀਂ ਹੁੰਦੇ ਵੀ ਇਸ ਤਰ੍ਹਾਂ ਹੋਵੇ। ਭਾਵੇਂ ਅਸੀਂ ਜ਼ਿੰਦਗੀ ਜਿੰਨਾ ਚਿਰ ਸਾਹ ਨੇ, ਭਾਵੇਂ ਘਰ 'ਚ ਕਲੇਸ਼ ਹੀ ਰਹਿੰਦਾ, ਪਰ ਬੰਦਾ ਜਦੋਂ ਤੁਰ ਜਾਂਦਾ ਨਾ, ਬੰਦੇ ਨੂੰ ਲੱਗਦਾ ਵੀ ਘਾਟਾ ਤੇ ਪਿਆ ਹੀ ਹੈ। ਚਲੋ ਵੱਖਰੀ ਗੱਲ ਹੈ, ਬਣਦੀ ਨਹੀਂ ਸੀ, ਪਰ ਹੋਈ ਤੇ ਮਾੜੀ ਹੈ। ਬਸ ਗੁਰੂ ਸਾਹਿਬ ਆਹ ਹੀ ਗੱਲ ਸਮਝਾਉਣਾ ਚਾਹੁੰਦੇ ਨੇ ਵੀ ਫਿਰ ਪਛਤਾਵਾ ਕਰਨ ਨਾਲੋਂ ਚੰਗਾ ਹੈ ਜਿੰਨਾ ਚਿਰ ਸਾਹ ਚੱਲਦੇ ਨੇ ਬੰਦਿਆਂ ਵਾਂਗੂ ਜੀ, ਤੇ ਕਦਰ ਸਮਝ ਆਪਣੀ ਵੀ ਤੇ ਦੂਜੇ ਦੀ ਵੀ। ਪਤਾ ਨਹੀਂ ਕਦੋਂ ਕਿੰਨਾ ਚਿਰ ਇਹ ਸੰਬੰਧ ਹੈਗੇ ਨੇ ਤੇ ਕਦੋਂ ਇਹ ਟੁੱਟ ਵੀ ਜਾਣੇ ਨੇ, ਕਦੋਂ ਇਹ ਟੁੱਟ। ਫਿਰ ਅਸੀਂ ਨਿੰਮੋ ਝੂਣੇ ਜੇ ਖਿਮਾ ਕਰਨਾ, ਫਿਰ ਅਸੀਂ ਸ਼ਰਮਿੰਦਗੀ ਵੀ ਹੰਢਾਉਂਦੇ ਹਾਂ ਮਗਰੋਂ। ਜਿਉਂਦਿਆਂ ਅਸੀਂ ਕਹਿ ਦਿੰਦੇ ਹਾਂ ਵੀ ਤੂੰ ਮੈਨੂੰ ਦਿਸੀ ਨਾ, ਮੈਂ ਤੇਰੇ ਮਰੇ ਤੇ ਨਹੀਂ ਆਉਣਾ, ਤੂੰ ਮੇਰੇ ਮਰੇ ਤੇ ਨਾ ਆਈ। ਤੇ ਕਈ ਵਾਰ ਜਾਂਦੇ ਵੀ ਨਹੀਂ ਅਸੀਂ, ਹਿੰਡ ਹੁੰਦੀ ਹੈ ਨਾ, ਪਰ ਦਿਲ ਤੇ ਰੋਂਦਾ ਵੀ ਕਾਹਨੂੰ ਐਵੇਂ, ਗੱਲ ਤਾਂ ਕੱਖ ਵੀ ਨਹੀਂ ਸੀ। ਅਖੀਰ ਤਾਂ ਇਹ ਉੜਕ ਦਿਨ ਆਉਣਾ ਹੀ ਸੀ। ਪਰ ਉਹ ਜਿਹੜੀ ਨਫ਼ਰਤ ਹੈ, ਜਿਹੜਾ ਕ੍ਰੋਧ ਹੈ, ਜਿਹੜਾ ਗੁੱਸਾ ਹੈ, ਜਿਹੜੀ ਈਗੋ ਹੈ ਅੰਦਰ, ਜਿਹੜੀ ਖਿਝ ਹੈ ਅੰਦਰ, ਉਹਨੇ ਸਾਰੀ ਜੀਵਨ ਹੁੰਦਿਆਂ ਹੋਇਆਂ ਵੀ ਮਰਿਆਂ ਸਮਾਨ ਕਰੀ ਰੱਖਿਆ। ਰਿਸ਼ਤਿਆਂ ਨੂੰ, ਸਾਂਝਾਂ ਨੂੰ, ਆਪਸੀ ਤਾਲਮੇਲ ਨੂੰ। ਉਹੀ ਬੰਦਾ ਬਾਅਦ ਵਿੱਚ ਚੋਰੀ ਰੋਂਦਾ, ਭਾਵੇਂ ਸਾਹਮਣੇ ਨਾ ਰੋ, ਚੋਰੀ ਰੋਂਦਾ ਵੀ ਗੱਲ ਤੇ ਮਾੜੀ ਹੋਈ, ਕਾਹਨੂੰ ਲੜਨਾ ਸੀ, ਮਾੜੀ ਜੀ ਗੱਲ ਸੀ। ਹੁਣ ਉਹ ਜਿਹੜਾ ਘਾਟ ਹੈ ਨਾ, ਜਿਹੜੀ ਅੰਦਰ ਮੋਹ ਦੀ ਜਿਹੜੀ ਪੈਂਦੀ ਹੈ, ਹੁਣ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਇਹ ਭੁੱਲਾਂ ਕਰਦਾ ਹੀ ਕਿਉਂ ਹੈ ਜੀਵਨ 'ਚ, ਤੂੰ ਇਹ ਗਲਤੀਆਂ ਕਰਦਾ ਹੀ ਕਿਉਂ, ਕਾਹਦੇ ਪਿੱਛੇ? ਲਾਲਚੀ ਹੋ ਕੇ,
ਹੰਕਾਰ ਵਸ, ਸਵਾਰਥ ਵਸ, ਕ੍ਰੋਧ ਵਸ, ਕੀ ਨੇ ਇਹ ਚੀਜ਼ਾਂ ਜਿਨ੍ਹਾਂ ਦੇ ਪਿੱਛੇ ਤੂੰ ਇੰਨਾ ਕੀਮਤੀ ਸਮਾਂ ਜਿਹੜਾ ਹੈ ਉਹਨੂੰ ਨਰਕ ਸਮਾਨ ਬਣਾਉਣਾ ਹੈ, ਦੁੱਭਰ ਬਣਾਉਣਾ ਹੈ, ਔਖਾ ਬਣਾਉਣਾ ਹੈ? ਕਾਹਦੇ ਵਾਸਤੇ? ਜਿਨ੍ਹਾਂ ਨੂੰ ਤੂੰ ਕਹਿੰਦਾ ਅੱਖੀ ਨਾ ਦਿਸਣ, ਜਿਨ੍ਹਾਂ ਨੂੰ ਤੂੰ ਕਹਿੰਦਾ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦਾ, ਇਹ ਮੈਨੂੰ ਨਜ਼ਰ ਨਹੀਂ ਆਉਣੇ ਚਾਹੀਦੇ, ਫਿਰ ਕੀ ਹੋ ਜਾਏਗਾ? ਜੇ ਤੂੰ ਇੱਦਾਂ ਸੋਚਦਾ, ਤੇਰੇ ਬਾਰੇ ਵੀ ਕੋਈ ਇੱਦਾਂ ਸੋਚਦਾ ਹੋਏਗਾ। ਅਸੀਂ ਰਲ ਕੇ ਹੀ ਇਨਵਾਇਰਮੈਂਟ ਸਿਰਜਦੇ, ਕੋਈ ਇੱਕ ਨਹੀਂ ਸਿਰਜਦਾ, ਸਾਰੇ ਰਲ ਕੇ ਹੀ ਸਿਰਜਦੇ ਹਾਂ, ਮਾਹੌਲ ਕ੍ਰੀਏਟ ਕਰ ਲੈਂਦੇ ਹਾਂ ਅਸੀਂ। ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ ਆਦ ਘਰੀ ਕੋਊ ਨ ਰੱਖੈ, ਫਿਰ ਤੈਨੂੰ ਕੋਈ ਰੱਖ ਨਹੀਂ ਸਕਦਾ ਥੋੜ੍ਹਾ ਸਮਾਂ ਵੀ। ਆਦ ਘਰੀ ਦਾ ਮਤਲਬ ਥੋੜ੍ਹਾ ਜਿਹਾ ਸਮਾਂ ਵੀ ਫਿਰ ਤੈਨੂੰ ਕੋਈ ਰੱਖ ਨਹੀਂ ਸਕਦਾ, ਚਾਹ ਕੇ ਵੀ ਘਰ ਤੇ ਦੇਤ ਨਿਕਾਰ। ਫਿਰ ਤੈਨੂੰ ਘਰੋਂ ਕੱਢਣਾ ਪੈਂਦਾ, ਮਜਬੂਰੀ ਹੈ ਅਗਲਿਆਂ ਦੀ, ਮੁਸ਼ਕਲ ਹੈ। ਜਿਹਨੂੰ ਤੂੰ ਕਹਿੰਦਾ ਸਾਂ ਮੇਰਾ ਘਰ, ਮੇਰੀ ਥਾਂ, ਮੇਰਾ ਸਾਰਾ ਕੁਝ, ਹੁਣ ਤੇਰਾ ਹੈ, ਹੁਣ ਤੂੰ ਚਾਹ ਕੇ ਵੀ ਰੋਕ ਨਹੀਂ ਸਕਦਾ। ਸਾਹਿਬ ਸਤਿਗੁਰੂ ਆਖਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, ਦੇਖੋ ਹਿਰਦੈ ਵਿਚਾਰ। ਸਤਿਗੁਰੂ ਆਖਦੇ ਮੈਂ ਉੱਪਰਲੀਆਂ ਉਦਾਹਰਨਾਂ ਤੈਨੂੰ ਇਸ ਕਰਕੇ ਨਹੀਂ ਦਿੱਤੀਆਂ ਵੀ ਮੈਂ ਤੈਨੂੰ ਡਰਾਉਣਾ ਚਾਹੁੰਦਾ, ਮੈਂ ਤੈਨੂੰ ਮੌਤ ਤੋਂ ਭੈ ਭੀਤ ਕਰਨਾ ਚਾਹੁੰਦਾ, ਮੈਂ ਤੈਨੂੰ ਦੁਨੀਆ ਦੇ ਇਹ ਸੰਬੰਧ ਤੋੜ ਦੇਣ ਲਈ ਆਖ ਰਿਹਾ ਵੀ ਇਹ ਸਭ ਛੁੱਟ ਜਾਣਾ ਹੈ, ਤੂੰ ਡਰ ਡਰ ਕੇ ਨਹੀਂ। ਮੈਂ ਇਸ ਕਰਕੇ ਨਹੀਂ ਕਹਿ ਰਿਹਾ, ਇਸ ਕਰਕੇ ਕਹਿ ਰਿਹਾ ਵੀ ਤੈਨੂੰ ਜਗਤ ਦੀ ਸੱਚਾਈ ਸਮਝ ਵਿੱਚ ਆਏ, ਤੈਨੂੰ ਇਹ ਸਮਝ ਵਿੱਚ ਆਏ ਵੀ ਤੂੰ ਕਰ ਕੀ ਰਿਹਾ ਹੈ, ਮੌਤ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਤੂੰ ਕਿਵੇਂ ਦੀ ਹੰਢਾ ਰਿਹਾ। ਮੈਂ ਇਸ ਕਰਕੇ ਤੈਨੂੰ ਇਹ ਸਮਝਾ ਰਿਹਾ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ। ਇਹ ਸਮੁੱਚਾ ਜਿਹੜਾ ਇਨਵਾਇਰਮੈਂਟ ਹੈ ਤੇਰਾ ਆਲਾ ਦੁਆਲਾ, ਤੂੰ ਇਹਨੂੰ ਕਿਵੇਂ ਜੀ ਰਿਹਾ ਮ੍ਰਿਗ ਤ੍ਰਿਸ਼ਨਾ ਵਾਂਗ। ਜੋ ਹੈ, ਜੋ ਤੈਨੂੰ ਬਖਸ਼ਿਸ਼ ਹੋਈ ਹੈ ਪਰਮੇਸ਼ਰ ਵੱਲੋਂ, ਜਿਹੜੇ ਰਿਸ਼ਤੇ ਮਿਲੇ ਨੇ, ਨਾਤੇ ਮਿਲੇ ਨੇ, ਸਾਂਝਾਂ ਮਿਲੀਆਂ ਨੇ, ਸਰੀਰ ਮਿਲਿਆ, ਪਦਾਰਥ ਮਿਲੇ, ਜੋ ਕੁਝ ਵੀ ਤੇਰੇ ਕੋਲ ਹੈ ਅਵੇਲੇਬਲ ਮੌਜੂਦ ਹੈ, ਉਹਨੂੰ ਛੱਡ ਕੇ ਤੂੰ ਹੋਰ ਉਮੀਦਾਂ ਦੇ ਉੱਤੇ ਟਿਕ ਕੇ ਆਪਣੇ ਜੀਵਨ ਦਾ ਕੀਮਤੀ ਸਮਾਂ ਅਜਾਈਂ ਗਵਾ ਰਿਹਾ ਹੈ। ਸਤਿਗੁਰੂ ਨੇ ਇਸ ਭਾਵ ਵਿੱਚ ਉਦਾਹਰਣ ਮ੍ਰਿਗ ਤ੍ਰਿਸ਼ਨਾ ਦੀ ਦਿੱਤੀ ਵੀ ਮਾਰੂਥਲ ਦੇ ਵਿੱਚ ਇੱਕ ਪਿਆਸਾ ਹਿਰਨ ਦੂਰ ਮੂੰਹ ਚੁੱਕ ਕੇ ਵੇਖਦਾ ਅਤੇ ਉਹਨੂੰ ਲੱਗਦਾ ਪਾਣੀ ਦੂਰ ਹੈ ਅਤੇ ਉਹ ਭੱਜਦਾ ਹੈ। ਪਾਣੀ ਉੱਥੇ ਹੁੰਦਾ ਨਹੀਂ, ਰੇਤ ਲਿਸ਼ਕ ਰਹੀ ਹੁੰਦੀ ਹੈ ਧੁੱਪ ਦੇ ਨਾਲ, ਪਰ ਦਮ ਤੁੜਾ ਕੇ ਉਹ ਮਰ ਜਾਂਦਾ ਹੈ। ਪਾਣੀ ਉੱਥੇ ਹੈ ਨਹੀਂ, ਜੋ ਹੈ ਹੀ ਨਹੀਂ ਉਹਦੇ ਪਿੱਛੇ ਭੱਜ ਰਿਹਾ, ਜੋ ਹੈ ਨਹੀਂ ਉਹਦੇ ਪਿੱਛੇ ਭੱਜ ਰਿਹਾ। ਸੁੱਖ ਚਾਹੀਦਾ ਹੈ, ਘਰ 'ਚ ਮਾਂ ਹੈ, ਬਾਪ ਹੈ, ਪਤਨੀ ਹੈ, ਧੀ ਹੈ, ਪੁੱਤਰ ਹੈ, ਭੈਣ ਭਰਾ ਨੇ, ਉਹਨਾਂ ਨਾਲ ਤੇ ਸਾਂਝ ਬਣਾ ਕੇ ਨਹੀਂ ਰੱਖ ਪਾਉਂਦਾ, ਹੋਰ ਸੁੱਖ ਕਿਹੜਾ ਚਾਹੀਦਾ? ਜ਼ਰਾ ਸੋਚੋ, ਜਿੱਡਾ ਕੱਜ ਘਰ ਹੈ, ਜੇ ਤੂੰ ਉਹਦੇ 'ਚ ਖੁਸ਼ ਨਹੀਂ, ਕੀ ਦਾਅਵਾ ਵੀ ਜੇ ਇਹਦੋਂ ਵੱਡਾ ਮਿਲ ਗਿਆ ਤਾਂ ਤੂੰ ਖੁਸ਼ ਹੋ ਜਾਏਗਾ? ਉੱਥੇ ਵੀ ਇਹੋ ਕੁਝ ਹੀ ਰਹਿਣਾ ਹੈ। ਬਾਹਰ ਦੀਆਂ ਚੀਜ਼ਾਂ ਬਦਲ ਜਾਂਦੀਆਂ ਨੇ, ਬੰਦਾ ਅੰਦਰੋਂ ਨਹੀਂ ਬਦਲਦਾ, ਉਹ ਉੱਥੇ ਹੀ ਖੜਾ ਰਹਿੰਦਾ। ਜਦੋਂ ਕੁਝ ਨਹੀਂ ਸੀ ਤਦੋਂ ਵੀ ਰੋ ਰਿਹਾ ਸੀ, ਜਦੋਂ ਕੁਝ ਹੈ ਤਦੋਂ ਵੀ ਰੋ ਰਿਹਾ, ਜਦੋਂ ਬਹੁਤਾ ਹੋਏਗਾ ਤਦੋਂ ਵੀ ਰੋਂਦਾ ਹੀ ਰਹੇਗਾ। ਸਤਿਗੁਰੂ ਆਖਦੇ ਤੇਰੇ ਅੰਦਰ ਕੀ ਬਦਲਿਆ? ਤੂੰ ਜ਼ਿੰਦਗੀ 'ਚ ਕਿਹੜੀ ਖੁਸ਼ੀ ਲੱਭਦਾ ਹੈ ਜਿਹੜੀ ਅਜੇ ਤੱਕ ਨਹੀਂ ਮਿਲ ਸਕੀ? ਸਤਿਗੁਰੂ ਆਖਿਆ ਤੂੰ ਖੁਸ਼ ਹੋ ਨਹੀਂ ਸਕਦਾ ਕਿਉਂਕਿ ਤੇਰੀ ਹਾਲਤ ਉਸ ਪਿਆਸੇ ਮਿਰਗ ਵਰਗੀ ਹੈ। ਤੂੰ ਨੇੜੇ ਤਾਂ ਵੇਖਦਾ ਹੀ ਨਹੀਂ, ਤੂੰ ਵੇਖਦਾ ਹੀ ਉੱਥੇ ਜਿੱਥੇ ਕੱਖ ਹੈ ਨਹੀਂ। ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਦੇਖੋ ਹਿਰਦੈ ਵਿਚਾਰ। ਸਤਿਗੁਰੂ ਆਖਦੇ ਇਹਨੂੰ ਆਪਣੇ ਹਿਰਦੇ 'ਚ ਵਿਚਾਰ ਕੇ ਵੇਖ, ਇਹਨੂੰ ਆਪਣੇ ਅੰਦਰ ਹੰਢਾ ਕੇ ਵੇਖ। ਤੇ ਹਜ਼ੂਰ ਅਖੀਰਲੀ ਪੰਕਤੀ ਵਿੱਚ ਆਖਦੇ ਕਹੋ ਨਾਨਕ ਭਜ ਰਾਮ ਨਾਮ ਨਿਤ। ਸਰਵ ਵਿਆਪਕ ਅਕਾਲ ਪੁਰਖ ਪਰਮੇਸ਼ਰ ਨੂੰ ਨਿਤ ਹੀ ਉਹਦਾ ਚਿੰਤਨ ਕਰ। ਉਹ ਹੈ, ਉਹੀ ਹੈ, ਮੁਕਾਮ ਉਹੀ ਏਕ ਹੈ। ਨਾਨਕਾ ਸੱਚ ਬੋਲ, ਉਹਦੇ ਹੋਣ ਦਾ ਅਹਿਸਾਸ ਕਰ। ਉਹੀ ਹੈ ਸਭਨੀ ਥਾਈ, ਉਹ ਬਖਸ਼ਿਸ਼ਾਂ ਕਰ ਰਿਹਾ, ਉਹ ਰਹਿਮਤਾਂ ਕਰ ਰਿਹਾ, ਉਹ ਤੇਰੇ ਆਪਣੇ ਵਜੂਦ ਵਿੱਚ ਵਸਿਆ। ਸਤਿਗੁਰੂ ਆਖਦੇ ਨੇ ਤਾਂ ਤੇ ਹੋਤ ਉਧਾਰ। ਉਧਾਰ ਦਾ ਅਰਥ ਹੈ ਭਲਾ ਹੋਣਾ, ਕਲਿਆਣ ਹੋਣਾ। ਤਾਂ ਤੇਰੇ ਜੀਵਨ ਦਾ ਭਲਾ ਹੋਏਗਾ, ਤਾਂ ਤੇਰਾ ਇਹ ਜੀਵਨ ਸਫਲ ਹੋਏਗਾ, ਤਾਂ ਤੇਰਾ ਇਹ ਵਕਤ ਸਕਾਰਥ ਹੋਏਗਾ ਜੀਵਨ ਦਾ, ਜੇ ਤੂੰ ਇਸ ਅਹਿਸਾਸ ਨਾਲ ਜੁੜ ਕੇ ਇਸ ਬਖਸ਼ਿਸ਼ ਨੂੰ ਮਾਨਣ ਦਾ ਰਾਹ ਤਲਾਸ਼ ਲਏ ਤਾਂ।
ਸਾਹਿਬ ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਹਜ਼ੂਰ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।